ਜਸ ਟੀਵੀ ਦੇਖ ਰਹੇ ਤੁਸੀਂ, मैं केपी सिंह टू द पॉइंट ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। ਅਕਾਲੀ ਭਾਜਪਾ ਗੱਠਜੋੜ ਹੋਊਗਾ ਕਿ ਨਹੀਂ ਹੋਊਗਾ, ਇਹ ਰੋਜ਼ ਮੀਡੀਆ ਚਰਚਾ ਕਿਉਂ ਛੇੜਦਾ ਹੈ। ਹਾਲਾਂਕਿ ਅਕਾਲੀ ਦਲ ਨੇ ਪਿੱਛੇ ਇਹ ਬਿਆਨ ਦਿੱਤਾ ਸੀ ਕਿ ਐਵੇਂ ਮੀਡੀਆ ਦੀ ਚਰਚਾ ਹੈ ਕੀ ਹੈ, ਪਰ ਸੁਨੀਲ ਜਾਖੜ ਨੇ ਅੱਜ ਅਹੁਦਾ ਸਾਂਭਦਿਆਂ ਹੀ ਇੱਕ ਨਵਾਂ ਬਿਆਨ ਦਿੱਤਾ। ਉਹ ਨਵਾਂ ਬਿਆਨ ਆਪਦੇ ਵਰਕਰਾਂ ਲਈ ਦਿੱਤਾ ਜਾਂ ਬਾਦਲ ਨੂੰ ਸੁਨੇਹਾ ਦਿੱਤਾ, ਅਕਾਲੀ ਦਲ ਨੂੰ ਸੁਨੇਹਾ ਦਿੱਤਾ, ਇਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਹਨਾਂ ਨੇ ਇੱਕ ਸ਼ਬਦ ਵਰਤਿਆ ਕਿ ਮਾਈਨਰ ਪਾਰਟਨਰ ਸਿੰਡਰਮ, ਤੇ ਇਸੇ ਸ਼ਬਦ ਤੇ ਬਹਿਸ ਜਿਹੜੀ ਹੋਈ ਹੈ ਤੇ ਅਸੀਂ ਇਹੀ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਛੋਟੇ ਭਰਾ ਵਾਲੇ ਸਿੰਡਰਮ ਤੇ ਫਸਿਆ ਪੇਚ। ਆਪਾਂ ਦਾ ਮਾਈਨਰ ਪਾਰਟਨਰ, ਮਾਈਨਰ ਮੁਰ ਨਹੀਂ ਸਾਜ ਅੱਜ ਪੰਜਾਬ ਆਪਣਾ ਹੈ। ਸੁਨੀਲ ਜਾਖੜ ਨੇ ਕਿਹਾ ਕਿ ਇਹ ਪਹਿਲਾਂ ਸੁਣ ਲਿਆ। ਲੈਟਸ ਗੈਟ ਓਵਰ ਦਿਸ ਸਿੰਡਰੋਮ ਆਫ ਵੀ ਆਪਾਂ ਦਾ ਮਾਈਨਰ ਪਾਰਟਨਰ, ਮਾਈਨਰ ਮੁਰ ਨਹੀਂ ਸਾਜ ਅੱਜ ਪੰਜਾਬ ਆਪਣਾ ਹੈ। ਆਪਾਂ ਪੰਜਾਬ ਦੇ ਨਾਲ ਖੜਾਂਗੇ। ਪੰਜਾਬ ਤਾਂ ਸਾਰਿਆਂ ਨੂੰ ਖੁੱਲੇ ਦਿਲ ਨਾਲ ਲਾਂਦਾ ਹੈ। ਸੋਚ ਬਦਲੀਏ ਸਾਹਿਬ, ਚੁਣੌਤੀ ਹੈ ਆਪਣੇ ਸਾਹਮਣੇ, ਐਂਡ ਦੈਟ ਚੁਣੌਤੀ ਇਜ਼ ਇਨਹੈਰੈਂਟ ਵਿਦ ਪੋਸਿਬਿਲਿਟੀਜ਼। ਆ ਜਿਹੜੀ ਚੁਣੌਤੀ ਉਸ 'ਚ ਆਪਣੇ ਸਾਹਮਣੇ ਸੰਭਾਵਨਾਵਾਂ ਬਹੁਤ ਹੈ। ਉਹਨਾਂ ਸੰਭਾਵਨਾਵਾਂ ਨੂੰ ਆਪਾਂ ਕਿਵੇਂ ਇਹਨੇ ਕੈਸ਼ ਕਰਦੇ ਆ, ਉਹ ਤੁਹਾਡੀ ਮਿਹਨਤ, ਤੁਹਾਡੇ ਤਜਰਬਾ, ਤੁਹਾਡੀ ਡੈਡੀਕੇਸ਼ਨ, ਤੁਹਾਡੀ ਕਮਿਟਮੈਂਟ ਐਂਡ ਕਮਿਟਮੈਂਟ ਟੁਵਰਡ ਦਾ ਬੈਟਰਮੈਂਟ ਆਫ ਲੋਕਾਂ ਕੋਲ ਸੰਦੇਸ਼ ਲੈ ਕੇ ਜਾਣਾ ਹੈ। ਵੱਡਾ ਸਵਾਲ ਅਸੀਂ ਇਹ ਪੁੱਛਾਂਗੇ ਕਿ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਜਾਖੜ ਨੇ ਮਾਈਨਰ ਪਾਰਟਨਰ ਸਿੰਡਰਮ ਤੇ ਕੀ ਸੁਨੇਹਾ ਦਿੱਤਾ। ਇਸੇ ਸਵਾਲ ਤੇ ਬਹਿਸ ਹੋਵੇਗੀ। ਜਿਹੜਾ ਪੈਨਲ ਸਾਡੇ ਨਾਲ ਤਾਰਫ ਕਰਾ ਰਹੇ ਪ੍ਰੋਫੈਸਰ ਸਮਜੀਤ ਸਿੰਘ ਪੋਲੀਟੀਕਲ ਐਨਲਿਸਟ ਨੇ। ਪ੍ਰੋਫੈਸਰ ਸਮਜੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ ਸਰ। ਐਸਐਸ ਚੰਨੀ ਬੀਜੇਪੀ ਦੇ ਸਪੋਕਸਪਰਸਨ ਨੇ, ਫਾਰਮਰ ਆਈਏਐਸ ਨੇ, ਤੇ ਜਾਖੜ ਸਾਹਿਬ ਨੇ ਜਦੋਂ ਪ੍ਰਧਾਨਗੀ ਦਾ ਉਹਦਾ ਸਾਂਭਿਆ ਚੰਨੀ ਸਾਹਿਬ ਨਾਲ ਬੈਠੇ ਸੀਗੇ। ਚੰਨੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਸਰ। ਹਰਜੀਤ ਸਿੰਘ ਭੁੱਲਰ ਸ਼੍ਰੋਮਣੀ ਅਕਾਲੀ ਦਲ ਦਾ ਸਪੋਕਸਪਰਸਨ ਹੈ। ਸਿੰਡਰਮ ਦਾ ਮਤਲਬ ਇਹਨਾਂ ਨੂੰ ਜ਼ਿਆਦਾ ਪਤਾ, ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਮਿਸਟਰ ਭੁੱਲਰ ਤੁਹਾਡਾ ਬਹੁਤ ਸਵਾਗਤ ਹੈ। ਐਡਵੋਕੇਟ APS ਖੜਿਆਲ ਕਾਂਗਰਸ ਸਪੋਕਸਪਰਸਨ ਹੈ, ਚੀਫ ਸਪੋਕਸਪਰਸਨ ਨੇ। ਮਿਸਟਰ ਖੜਿਆਲ ਤੁਹਾਡਾ ਬਹੁਤ ਸਵਾਗਤ ਹੈ। ਤੇ ਬਿਕਰਮਜੀਤ ਸਿੰਘ ਪਾਸੀ ਐਡਵੋਕੇਟ ਨੇ, ਆਮ ਆਦਮੀ ਪਾਰਟੀ ਸਪੋਕਸਪਰਸਨ ਨੇ। ਮਿਸਟਰ ਪਾਸੀ ਤੁਹਾਡਾ ਬਹੁਤ ਸਵਾਗਤ ਹੈ। ਚੰਨੀ ਸਾਹਿਬ ਪਹਿਲਾਂ ਮੈਂ ਤੁਹਾਡੇ ਕੋਲ ਹੀ ਆਵਾਂ, ਉਸ ਤੋਂ ਪਹਿਲਾਂ ਪ੍ਰੋਫੈਸਰ ਮਨਜੀਤ ਸਿੰਘ ਤੋਂ ਸਮਝਣ ਦੀ ਕੋਸ਼ਿਸ਼ ਕਰਦਾ। ਹੋ ਸਕਦਾ ਇਹਨਾਂ ਨੇ ਸਿੰਡਰਮ ਜ਼ਿਆਦਾ ਪੜ੍ਹ ਲਿਆ ਹੋਊਗਾ, ਜ਼ਿਆਦਾ ਸੁਣ ਲਿਆ ਹੋਊਗਾ। ਪ੍ਰੋਫੈਸਰ ਮਨਜੀਤ ਸਿੰਘ, ਇੱਕ ਮੈਂ ਪਹਿਲਾ ਸ਼ਬਦ ਸੁਣਦਾ ਹੁੰਦਾ ਸੀ ਡਿਸੀਜ਼, ਡਿਸਆਰਡਰ, ਫਿਰ ਆਉਂਦਾ ਸੀ ਸਿੰਡਰਮ। ਸਰ ਇਹ ਸਿੰਡਰਮ ਕਿਹੜੇ ਵਾਲਾ ਸਰ? ਮੈਨੂੰ ਇਹ ਨਹੀਂ ਸਮਝ ਆਇਆ ਸਰ। ਪ੍ਰੋਫੈਸਰ ਮਨਜੀਤ ਸਿੰਘ ਦੇਖੋ, ਇੱਕ ਗੱਲ ਤੇ ਇਹਨਾਂ ਦੀਆਂ ਗੱਲਾਂ ਤੋਂ ਸਾਫ਼ ਲੱਗਦੀ ਹੈ ਕਿ ਇਸ ਗੱਲ ਦਾ ਨਹੀਂ ਹੈ ਕਿ ਕੁੜੀ ਨੂੰ ਮੁੰਡਾ ਨਹੀਂ ਪਸੰਦ ਤੇ ਮੁੰਡੇ ਨੂੰ ਕੁੜੀ ਨਹੀਂ ਪਸੰਦ, ਵੀ ਰਿਸ਼ਤੇ ਦੇ ਤਿਆਰ ਬੈਠੇ ਆ। ਹੁਣ ਸਵਾਲ ਇਹ ਹੈ ਕਿ ਲੈਣ ਦੇਣ ਕੀ ਹੋਣਾ, ਉੱਥੇ ਰੌਲਾ ਪੈ ਰਿਹਾ। 9 ਮਾਰਚ ਦਾ ਰਿਸ਼ਤਾ ਸੀਗਾ, ਉਹ ਵਿੱਚ ਜੇ ਥੋੜਾ ਜਿਹਾ ਮਤਲਬ ਸੈਪਰੇਸ਼ਨ ਹੋ ਗਈ, ਉਹਦੇ ਵੀ ਬੜੇ ਦਬਾਅ ਦੇ ਕਾਰਨ ਸੀਗੇ। ਹੁਣ ਉਹ ਜਿਹੜੀ ਗੱਲ ਕਰ ਰਹੇ ਆ ਉਹਦੇ ਵਿੱਚੋਂ ਬੜਾ ਸਾਫ਼ ਕਹਿ ਰਹੇ ਵੀ ਅਸੀਂ ਹੁਣ ਵੱਡੇ ਭਰਾ ਆ ਤੇ ਅਕਾਲੀ ਦਲ ਛੋਟੇ ਭਰਾ ਆ, ਭੁੱਲ ਜੋ ਪੁਰਾਣੀ ਗੱਲ ਕਿ ਤੁਸੀਂ ਸਾਨੂੰ ਕੁਝ ਦਿਓਗੇ। ਉਹ ਕੀ ਕਹਿ ਰਹੇ ਆ? ਉਹ ਕਹਿ ਰਹੇ ਸਾਰਾ ਪੰਜਾਬ ਸਾਡਾ ਆ ਤੇ ਸਾਡੇ ਕੋਲ ਤੇ ਲੂਜ਼ ਕਰਨ ਲਈ ਕੁਝ ਹੈ ਹੀ ਨਹੀਂ। ਇਹ ਇੱਕ ਕਿਸਮ ਦੇ ਪ੍ਰੈਸ਼ਰ ਟੈਕਟਿਕਸ ਆ ਬਾਰਗੇਨਿੰਗ ਪਾਵਰ ਬਣਾਉਣ ਲਈ, ਹੋਰ ਕੋਈ ਏਡੀ ਵੱਡੀ ਗੱਲ ਹੈ ਨਹੀਂ। ਉਧਰੋਂ ਅਕਾਲੀ ਦਲ ਦਾ ਵੀ ਇਸ ਤਰੀਕੇ ਨਾਲ, ਪਰ ਮੈਨੂੰ ਭੁੱਲਰ ਜੀ ਦੱਸ ਦੇਣਗੇ ਜਿਸ ਤਰੀਕੇ ਨਾਲ ਬੀਜੇਪੀ ਵਾਲੇ ਦਮਗਜੇ ਮਾਰ ਰਹੇ ਆ, ਉਸ ਕਿਸਮ ਨਾਲ ਅਕਾਲੀ ਦਲ ਵੱਲੋਂ ਜਿਹੜੇ ਵੱਡੇ ਬਿਆਨ ਜਾਂ ਉਸ ਤਰੀਕੇ ਨਾਲ ਅਸਰਸ਼ਨ ਜਿਹੜੀ ਆ ਉਹ ਨਹੀਂ ਨਜ਼ਰ ਆ ਰਹੀ। ਪਰ ਮੈਂ ਇੱਕ ਚੰਨੀ ਸਾਹਿਬ ਉਹਨਾਂ ਲਈ ਵੀ ਸਵਾਲ ਖੜਾ ਜ਼ਰੂਰ ਕਰਦਾ, ਉਹ ਇਹ ਹੈ ਕਿ ਅੱਗਾ ਦੌੜ ਤੇ ਪਿੱਛਾ ਚੌੜ। ਇੱਕ ਗੱਲ ਸਮਝ ਲਓ, ਜਿਹੜੇ ਸੁਨੀਲ ਜਾਖੜ ਹੁਣੇ ਇੰਨੇ ਦਮਗਜੇ ਮਾਰ ਰਹੇ ਆ ਨਾ, ਇਹ ਨਾ ਹੋਵੇ ਕਿ ਉਹ ਇਧਰੋਂ ਵੀ ਜਾਵੇ ਤੇ ਉਧਰੋਂ ਵੀ ਜਾਵੇ। ਕਾਂਗਰਸ, ਉਹਨਾਂ ਨੂੰ ਇੰਝ ਲੱਗਦਾ ਕਿ ਮੈਂ ਕਾਂਗਰਸ ਵਾਲੇ ਉਹ ਸਾਰੇ ਬੰਦੇ ਮੇਰੇ ਨਾਲ ਹੋਣਗੇ ਤੇ ਸ਼ਾਇਦ ਬੀਜੇਪੀ ਦੇ ਨਾਲ ਮੈਂ ਬਹੁਤ ਵੱਡਾ ਲੀਡਰ ਬਣ ਗਿਆ। ਪਟਿਆਲੇ ਦੀ ਨਿੱਕੀ ਜਿਹੀ ਐਗਜ਼ਾਮਪਲ ਆ, ਉਹ ਕੋਹਲੀ ਜਾ ਕੇ ਤੇ ਆਮ ਆਦਮੀ ਪਾਰਟੀ 'ਚ ਬੈਠ ਗਿਆ। ਉਹਨਾਂ ਦਾ ਪੱਕਾ ਠੱਕਾ ਬੰਦਾ ਸੀਗਾ, ਠੀਕ ਹੈ ਨਾ, ਪਹਿਲਾਂ ਵੀ MLA ਹੈਗਾ ਉਹਨਾਂ ਦਾ ਭਰਾ ਕੋਹਲੀ। ਤਾਂ ਇਸ ਤਰੀਕੇ ਨਾਲ ਪਟਿਆਲੇ ਦੇ ਵਿੱਚ ਜੋ ਹਾਲਾਤ ਬਣੇ ਸੀਗੇ ਜੁਆਇਨ ਕਰਵਾਉਣ ਲਈ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ, ਉੱਥੇ ਦੀ ਪਾਰਟੀ ਜਿੰਨੀ ਅੱਜ ਤੱਕ ਨਿਰਾਸ਼ ਚੱਲ ਰਹੀ ਹੈ, ਪਾਰਟੀ ਦੇ ਅੰਦਰ ਜਿੰਨੀ ਇਹ ਜ਼ਿਆਦਾ ਅਸਰਸ਼ਨ ਕਰਨਗੇ ਤੇ ਉਹ ਆਪਣੀ ਇਹਨਾਂ ਦੀ ਪਾਰਟੀ ਦੇ ਅੰਦਰ ਕਾਫੀ ਖਲਬਲ ਮਚੂਗੀ। ਕੋਈ ਨਹੀਂ ਚਾਹੁੰਦਾ ਕਿ 40-40 ਸਾਲ 30-30 ਸਾਲ ਜੁੱਤੀਆਂ ਘਸਾ ਕੇ ਤੇ ਮਗਰੋਂ ਕੋਈ ਹੋਰ ਬੰਦਾ ਕਹੇ ਕਿ ਪੰਜਾਬ ਮੇਰਾ, ਮੈਂ ਪੰਜਾਬ ਲਈ ਆ ਕਰੂੰਗਾ। ਇਹਦੇ ਇੱਕ ਦੂਜਾ ਇਹੋ ਜਿਹੇ ਬੱਦਲ ਗਰਜਣ ਦੇ ਦੂਜੇ ਹੜ ਵਾਲੇ ਪ੍ਰੋਫੈਸਰ ਜੀ ਮੈਨੂੰ ਸਿੰਡਰਮ ਸ਼ਬਦ ਸਮਝ ਨਹੀਂ ਆ ਰਿਹਾ, ਉਹਨੂੰ ਜੋੜਾ ਕਿਵੇਂ? ਇਹ ਸੈਲਫ ਸਿੰਡਰਮ ਦੀ ਵੀ ਤੁਸੀਂ ਗੱਲ ਕਰਦੇ ਪਏ ਹੋ ਸਰ? ਨਹੀਂ ਦੇਖੋ, ਸਿੰਡਰਮ ਦਾ ਤੇ ਉਹ ਇਹੀ ਸ਼ਬਦ ਤੇ ਟੈਕਨੀਕਲ ਵਰਤ ਕੇ ਕਹਿ ਰਹੇ ਆ ਭਈ ਇੱਥੇ ਇਹਨਾਂ ਦੀ ਮਾਨਸਿਕਤਾ ਪੱਕੀ ਹੋ ਗਈ ਹੈ ਕਿ ਜਿਵੇਂ ਬੀਜੇਪੀ ਹਮੇਸ਼ਾ ਛੋਟਾ ਹੀ ਭਰਾ ਰਹਿਣੀ ਹੈ, ਵੀ ਇਹਦੋਂ ਵੱਧ ਸਿੰਡਰਮ ਉਹਨੂੰ ਉਹਨਾਂ ਨੇ ਕਿਹਾ। ਇਹਦੇ ਚ ਕੋਈ ਉਹ ਬਹੁਤੀ ਉਹ ਗੱਲ ਹੋ ਸਕਦਾ ਸਰ, ਸ਼ਾਇਦ ਸਰ ਪ੍ਰੋਫੈਸਰ ਮਨਜੀਤ ਸਿੰਘ ਸਰ ਹੋ ਵੀ ਸਕਦਾ ਨਾ
ਇਹ ਵੀ ਹੋ ਸਕਦਾ ਉਹਨਾਂ ਨੇ ਆਪਦੇ ਵਰਕਰ ਨੂੰ ਉਤਸ਼ਾਹਿਤ ਕਰਨ ਲਈ ਸਿੰਡਰਮ ਸ਼ਬਦ ਦਾ ਇਸਤੇਮਾਲ ਕੀਤਾ ਹੋਵੇ। ਨਹੀਂ ਉਹਨਾਂ ਦੇ ਹਿਸਾਬ ਤੁਹਾਡੇ ਸਾਹਮਣੇ ਹੀ ਗਿਆ ਵੀ ਅਸੀਂ ਸਾਰਾ ਪੰਜਾਬ ਸਾਡੇ ਨਾਲ ਆ, ਇਸ ਕਰਕੇ ਸਾਡੀ ਮਰਜ਼ੀ ਹੋਊ, ਕਿਸੇ ਨੂੰ ਮਾੜਾ ਮੋਟਾ ਦੇਾਂਗੇ, ਕਿਸੇ ਨੂੰ ਨਹੀਂ ਦੇਾਂਗੇ। ਉਹ ਨਿਕਲ ਜਾਣ ਇਸ ਦਿਮਾਗ ਚੋਂ ਕਿ ਅਸੀਂ ਛੋਟੇ ਹੈਗੇ ਆ, ਅਸੀਂ ਛੋਟੇ ਨਹੀਂ, ਅਸੀਂ ਬਹੁਤ ਵੱਡੇ ਆ। ਚਲੋ ਇਹਨੂੰ ਸਰ ਈਗੋ ਸਿੰਡਰਮ ਵੀ ਕਿਹਾ ਜਾ ਸਕਦਾ ਜਾਂ ਸੈਲਫ ਕੌਨਫੀਡੈਂਸ ਸਿੰਡਰਮ ਵੀ ਕਿਹਾ ਜਾ ਸਕਦਾ। ਮੈਂ ਤੇ ਕਹਿੰਦਾ ਆ ਇੱਕ ਭਲੇਖੇ ਦੀ ਦੁਨੀਆ 'ਚ ਤੁਰੇ ਫਿਰਨ ਦਾ ਸਿੰਡਰਮ ਕਹੂੰਗਾ ਮੈਂ। ਚਲੋ ਮੈਂ ਹੁਣ ਡਿਬੇਟ ਓਪਨ ਕਰ ਰਿਹਾ। ਚੰਨੀ ਸਾਹਿਬ ਮੈਨੂੰ ਪਤਾ ਨਹੀਂ ਸਿੰਡਰਮ ਦਾ ਮਤਲਬ ਕੋਈ ਵੱਖਰਾ ਲਿਆ ਨਾ ਇਸ ਡਿਬੇਟ ਵਿੱਚ, ਪਹਿਲਾਂ ਤੁਸੀਂ ਦੱਸ ਦਿਓ ਸਰ, ਸਵਾਲ ਤਾਂ ਮੈਂ ਫੇਰ ਹੀ ਕਰੂੰਗਾ। ਦੇਖੋ ਆਪਾਂ ਪਤਾ ਨਹੀਂ ਤੁਸੀਂ ਕਿੰਨੇ ਮਤਲਬ ਲਗਾਤੇ ਸਿੰਡਰਮ ਦੇ ਨਾਲ। ਸਿੰਡਰਮ ਤਾਂ ਇੱਕ ਨਿਸ਼ਾਨੀ ਹੁੰਦੀ ਹੈ, ਇੱਕ ਪਹਿਚਾਨ ਹੁੰਦੀ ਹੈ। ਉਹ ਉਹਨਾਂ ਨੇ ਕਿਹਾ ਵੀ ਜਿਹੜਾ ਸਿੰਡਰਮ ਹੈਗਾ ਆਪਣਾ, ਕਿਉਂਕਿ ਅਸੀਂ ਜਦ ਤੋਂ ਸਾਡਾ 96 ਤੋਂ ਗੱਠਜੋੜ ਹੈ, ਉਦੋਂ ਪਹਿਲਾਂ ਪਾਰਟੀ ਸੀਗੀ ਜਨ ਸੰਘ ਜਾਂ ਹੋਰ ਸੀ, ਤੇ ਉਹ ਇੱਕ ਸਿੰਡਰਮ ਇਹ ਬਣ ਗਿਆ ਵੀ ਅਸੀਂ ਮਾਈਨਰ ਪਾਰਟਨਰ, ਕਿਉਂਕਿ ਅਸੀਂ 23 ਸੀਟਾਂ ਤੇ ਲੜਦੇ ਸੀ ਜਾਂ ਲੋਕ ਸਭਾ ਦੀਆਂ 3 ਤੇ ਲੜਦੇ ਸੀ। ਉਹ ਇੱਕ ਧਾਰਾ ਬਣ ਗਈ ਵੀ ਅਸੀਂ 23 ਤੇ ਲੜਨਾ ਬਈ, ਔਰ 3 ਸੀਟਾਂ ਤੇ ਲੜਨਾ ਹੈ, 24ਵੀਂ ਜਾਂ ਚੌਥੀ ਨਹੀਂ ਦੇਖਣੀ। ਇਸ ਕਰਕੇ ਉਹ ਇੱਕ ਸਿੰਡਰਮ ਬਣ ਗਿਆ ਪਾਰਟੀ ਦਾ, ਬੜੀ ਦੇਰ ਰਿਹਾ। ਹੁਣ ਉਹਨਾਂ ਨੇ ਅੱਜ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਕਿਸੇ ਦੀ ਜਿਹੜੀ ਆਪਾਂ ਕਹਿੰਦੇ ਹਾਂ ਜਾਇਦਾਦ ਨਹੀਂ ਹੈ, ਵੀ ਕੋਈ ਵੱਡਾ ਹੈਗਾ ਜਾਂ ਕੋਈ ਮੇਰਾ ਸਾਰਾ ਹੀ ਹੈ ਜਾਂ ਏਦਾਂ ਦੀ ਗੱਲ। ਜਿੰਨਾ ਪੰਜਾਬ ਲੋਕਾਂ ਦਾ ਹੈ ਉਹਨਾਂ ਹੀ ਪੰਜਾਬ ਸਾਡਾ ਹੈ। ਔਰ ਇਹਨਾਂ ਨੇ ਇਹ ਵੀ ਕਿਹਾ ਕਿ ਸਭੇ ਸਾਂਝੀ ਵਾਲ ਸਦੈਨ ਕੋਈ ਨਾ ਦਿਸਦਾ ਬਾਹਰ। ਬੜੀਆਂ ਉਹਨਾਂ ਨੇ ਜਿਹੜੀਆਂ ਮਾਨਸ ਕੀ ਜਾਤ ਸਭਾ ਇੱਕ ਪਹਿਚਾਨ ਲੋ, ਉਹਨਾਂ ਦਾ ਮਤਲਬ ਇਹ ਸੀਗਾ ਕਿ ਹੁਣ ਜਿਹੜਾ ਪੰਜਾਬ ਹੈਗਾ ਉਹ ਕਿਸੇ ਇੱਕ ਧਿਰ ਦਾ, ਇੱਕ ਪਾਰਟੀ ਦਾ ਜੱਦੀ ਨਹੀਂ ਹੈਗਾ ਜਾਂ ਉਹਨਾਂ ਦਾ ਕਬਜ਼ਾ ਨਹੀਂ ਹੈਗਾ, ਜਿਹੜਾ ਆਪ ਹਰੇਕ ਨੂੰ ਵੈਲਕਮ ਕਰਦਾ। ਨਹੀਂ ਚੰਨੀ ਸਾਹਿਬ ਤੁਸੀਂ ਇਹ ਛੋਟੇ ਭਰਾ ਵਾਲੇ ਸਿੰਡਰਮ ਵਾਲੀ ਸ਼ਰਤ ਰੱਖ ਰਹੇ ਹੋ ਕਿ ਕਹਿਣਾ ਕੀ ਚਾਹ ਰਹੇ ਹੋ ਸਰ? ਇਹ ਤਾਂ ਸਮਝਾ ਦਿਓ ਨਾ। ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਅਕਾਲੀ ਦਲ ਦੇ ਦਰਵਾਜ਼ੇ ਖੁੱਲੇ ਆ ਪਰ ਛੋਟਾ ਭਰਾ ਬਣ ਕੇ ਆ ਜਾਓ, ਇਹ ਕਹਿਣਾ ਚਾਹ ਰਹੇ ਹੋ? ਨਹੀਂ, ਮੈਂ ਬਿਲਕੁਲ ਇਹ ਗੱਲ ਨਹੀਂ ਕਹਿ ਰਿਹਾ। ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਜਿੱਥੇ ਅਕਾਲੀ ਦਲ ਖੜਾ ਹੈ ਉਹ ਆਪਦੀ ਥਾਂ ਤੇ ਖੜਾ ਰਹੇ। ਅਸੀਂ ਕਹਿੰਦੇ ਅਸੀਂ ਆਪਦੀ ਜਗ੍ਹਾ ਜਿਹੜੀ 23 ਤਾਂ 3 ਦੀ ਸੀ, ਅਸੀਂ ਉਹ ਹੁਣ 13 ਔਰ 117 ਤੇ ਬਣਾਣੀ। ਸਾਡਾ ਸਿੰਡਰਮ ਦਾ ਭਾਵ ਇਹ ਹੈਗਾ ਵੀ ਅਸੀਂ ਪੁਰਾਣਾ ਸਿੰਡਰਮ ਛੱਡ ਕੇ ਅਸੀਂ ਸਾਰੇ ਪੰਜਾਬ ਦੇ ਵਿੱਚ ਇਲੈਕਸ਼ਨ ਲੜਨੀ ਹੈ। ਇੱਕ ਗੱਲ। ਦੂਜੀ ਗੱਲ, ਉਹਨਾਂ ਨੇ ਬਹੁਤ ਵੱਡੀ ਇੰਪੋਰਟੈਂਟ ਪਤਾ ਕੀ ਕਹੀ ਹੈ? ਉਹ ਕਹਿੰਦੇ ਮੈਂ 13 ਨਾਲ ਵੀ ਤੇ ਮੈਂ 117 ਨਾਲ ਵੀ, ਮੈਂ ਤਾਂ ਲੋਕਾਂ ਦੇ ਦਿਲਾਂ ਨਾਲ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਿਹੜਾ ਪੰਜਾਬੀ ਹੈ ਨਾ ਉਹ ਇੱਥੋਂ ਨਹੀਂ ਸੋਚਦਾ, ਇੱਥੋਂ ਸੋਚਦਾ। ਚਲੋ ਇੱਥੋਂ ਚੱਲ ਚੰਨੀ ਸਾਹਿਬ, ਜਿਹੜੀ ਗੱਲ ਤੁਸੀਂ ਕਹੀ ਹੈ ਮੈਂ 13 ਨਾਲ ਨਹੀਂ 117 ਨਾਲ ਨਹੀਂ, ਪੰਜਾਬੀਆਂ ਦੇ ਦਿਲਾਂ ਨਾਲ ਹੈ, ਤੁਸੀਂ ਇਹ ਇਦਾਂ ਵੀ ਕਹਿ ਸਕਦੇ ਹੋ 13 ਨਾਲ ਨਹੀਂ 117 ਨਾਲ ਨਹੀਂ, ਪੰਜਾਬੀਆਂ ਦਿਲਾਂ ਨਾਲ ਹੈ, ਅਕਾਲੀ ਦਲ ਨਾਲ ਵੀ ਨਹੀਂ, ਇਹ ਕਹਿ ਸਕਦੇ ਹੋ? ਦੇਖੋ ਮੈਂ ਉਸ ਚੀਜ਼ ਤੋਂ ਬਾਹਰ ਕੱਢਦਾ, ਤੁਸੀਂ ਉੱਥੇ ਚਲੇ ਜਾਂਦੇ ਹੋ। ਮੈਂ ਸਿੰਡਰਮ ਦੀ ਫਸਿਆ ਹੈ ਨਾ, ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਨਾ। ਅਸੀਂ ਪੰਜਾਬੀਆਂ ਦੇ ਦਿਲ ਜਿੱਤਨੇ, ਬਾਕੀ ਵੀ ਮੈਦਾਨ 'ਚ ਨਹੀਂ ਜਿੱਤਣੇ। ਨਹੀਂ, ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਨਾ, ਅਕਾਲੀ ਦਲ ਤੋਂ ਬਿਨਾਂ ਰਾਜ ਕਰਨਾ। ਤੁਸੀਂ ਇਹਨੂੰ ਜੋੜੀ ਜਾਓ ਨਾਲ, ਪਰ ਅਸੀਂ ਹੁਣ ਇਹ ਕਹਿਤਾ ਕਿ ਅਸੀਂ ਇਹਦਾ ਮਤਲਬ ਦਰਵਾਜ਼ੇ ਖੁੱਲੇ ਵੀ ਰੱਖਣਾ ਮਤਲਬ ਇਹ ਹੈ। ਨਹੀਂ, ਮੇਰਾ ਪ੍ਰਸ਼ਨ ਜੀ ਮੈਨੂੰ ਇਹ ਸਮਝ ਆ ਰਿਹਾ, ਇਹ ਦਰਵਾਜ਼ਾ ਨਾ ਖੋਲ ਕੇ ਭੇੜਦੇ ਪਏ ਫਿਰ ਚੀਥਾਂ ਵੇਚਦੀ ਦੇਖਦੇ ਪਏ। ਹਰਜੀਤ ਸਿੰਘ ਭੁੱਲਰ, ਹਾਂ ਹਰਜੀਤ ਸਿੰਘ ਭੁੱਲਰ, ਇਹੀ ਕਹਾਣੀ ਹੈ, ਮੈਨੂੰ ਤਾਂ ਇਹੀ ਸਮਝ ਆ ਰਿਹਾ। ਗੱਲ ਇਹ ਹੈ ਕੇਪੀ ਜੀ, ਮੈਨੂੰ ਲੱਗਦਾ ਹੈ ਕਿ ਜਿਹੜੇ ਬੀਜੇਪੀ ਦੇ ਵਰਕਰ ਉੱਥੇ ਬੈਠੇ ਸੀ, ਉਹਦੇ ਭਾਸ਼ਣ ਸੁਣ ਰਹੇ ਸੀਗੇ, 90% ਤੋਂ ਵੱਧ ਨੂੰ ਸਮਝ ਨਹੀਂ ਲੱਗਿਆ ਨਾ ਕਿ ਬੋਲਿਆ ਕੀ ਹੈ, ਇਹਦਾ ਮਤਲਬ ਕੀ ਹੈ। ਸਮਝਾ ਦਿਓ ਤੁਸੀਂ ਫਿਰ, ਕਿਉਂਕਿ ਤੁਹਾਨੂੰ ਵੀ ਨਾ ਸਮਝਾਉਣ ਦੀ ਕੋਸ਼ਿਸ਼ ਕਰਨੀ ਪੈ ਰਹੀ ਹੈ ਸਾਨੂੰ ਵੀ ਉਹਨਾਂ ਨੇ ਕੀ ਕਿਹਾ, ਉਹਦਾ ਮਤਲਬ ਕੀ ਨਿਕਲਦਾ ਹੈ। ਤੇ ਪ੍ਰੋਫੈਸਰ ਸਾਹਿਬ ਨੇ ਚਾਨਣਾ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਤੇ ਉੱਥੇ ਅੱਧੀ ਜਨਤਾ ਦੇ ਸਿਰ ਦੇ ਉੱਤੇ ਲੰਘਿਆ ਹੋਣਾ ਵੀ ਹੈ ਕਿ ਇਹ ਕਿਹੜੀ ਬਲਾ ਹੈ। ਦੇਖੋ, ਜਿਹੜਾ ਵਿਅਕਤੀ ਨੇ ਕਾਂਗਰਸ ਦੇ ਵਿੱਚੋਂ ਦੀ ਉਡਾਰੀ ਮਾਰ ਕੇ ਬੀਜੇਪੀ 'ਚ ਆ ਕੇ ਔਰ ਉੱਥੋਂ ਦੀ ਪ੍ਰਧਾਨਗੀ ਲਈ ਹੈ ਔਰ ਆਪਣੀ ਸੀਟ ਗਵਾ ਕੇ ਕਾਂਗਰਸ ਰਹਿੰਦਿਆਂ ਹੋਇਆ ਅੱਜ ਉਹ ਥਾਪੀਆਂ ਮਾਰੇ ਆਪਣੇ ਪੱਟਾਂ ਦੇ ਉੱਤੇ ਤੇ ਇਹ ਕਹੇ ਕਿ ਮੈਂ ਸਾਰਾ ਪੰਜਾਬ ਮੇਰਾ ਦਿਲਾਂ ਦੇ ਵਿੱਚ ਵਸਦੇ ਆ ਜਾਂ ਕੁਝ ਵੀ ਹੈ, ਇਹ ਬਹੁਤ ਵੱਡੀਆਂ ਗੱਲਾਂ ਨੇ। ਔਰ ਮੈਨੂੰ ਲੱਗਦਾ ਹੈ ਕਿ ਥੋੜਾ ਜਿਹਾ ਓਵਰ ਕੌਨਫੀਡੈਂਸ ਜ਼ਿਆਦਾ ਹੋ ਗਿਆ ਇਸ ਗੱਲ, ਕਿਉਂਕਿ ਉਹਨਾਂ ਨੂੰ ਇਹ ਲੱਗਣ ਲੱਗ ਗਿਆ ਕਿ ਦੇਖੋ ਮੈਂ ਨਵਜੋਤ ਸਿੱਧੂ ਨੂੰ ਦਿਖਾਤਾ ਕਿ ਮੈਂ ਇੱਥੇ ਆ ਕੇ ਵੀ ਪ੍ਰਧਾਨ ਬਣ ਸਕਦਾ ਹਾਂ, ਮੈਂ ਚੰਨੀ ਨੂੰ ਦਿਖਾਤਾ
ਕਿ ਮੈਂ ਇੱਥੇ ਪ੍ਰਧਾਨ ਬਣ ਗਿਆ ਤੇ ਹੋ ਸਕਦਾ ਹੈ ਕੱਲ ਨੂੰ ਕਿਤੇ ਬੀਜੇਪੀ ਆ ਜਾਵੇ, ਜਿਹੜਾ ਖਿਆਲੀ ਪਲਾਓ ਕਹਿ ਸਕਦੇ ਹਾਂ ਆਪਾਂ, ਕਿ ਮੈਂ ਮੁੱਖ ਮੰਤਰੀ ਵੀ ਬਣ ਸਕਦਾ ਹੁਣ। ਜਿਹੜਾ ਹੋਰ ਕੌਨਫੀਡੈਂਸ ਹੈ ਸਿਰ ਤੇ ਚੜ੍ਹ ਕੇ ਨੱਚ ਰਿਹਾ, ਹੋਰ ਕੁਝ ਨਹੀਂ ਹੈ ਇਸ ਤੋਂ ਬਾਅਦ। ਚਲੋ ਮੈਂ ਆ ਰਿਹਾ, ਮੈਂ ਵਾਪਸ ਆ ਜਾਊਂਗਾ, ਮੈਂ ਵਾਪਸ ਆ ਫਰਮੇ ਚ ਰੱਖੋ ਉਹਨਾਂ ਨੂੰ, ਕੋ ਪ੍ਰਧਾਨਗੀ ਮਿਲੀ ਹੈ, ਪੰਜਾਬ ਦਾ ਦੌਰਾ ਲਾਉਣ। ਜਿਹੜੇ ਵਰਕਰ ਸੀਗੇ ਬੀਜੇਪੀ ਦੇ ਜਿਨ੍ਹਾਂ ਨੇ ਦਰੀਆਂ ਵਿਛਾਈਆਂ ਨੇ ਉਹਨਾਂ ਤੱਕ ਪਹੁੰਚ ਕਰਨ। ਜਿਹੜੇ ਸੱਜੇ ਮੋਢੇ ਉੱਤੇ ਬਲਬੀਰ ਸਿੱਧੂ ਤੇ ਖੱਬੇ ਮੋਢੇ ਦੇ ਉੱਤੇ ਕਾਂਗਰਸ ਨੂੰ ਬਿਠਾਈ ਤੁਰੇ ਫਿਰਦੇ ਨੇ, ਹੁਣ ਉੱਤੇ ਕਾਂਗਰਸੀ ਨਜ਼ਰ ਆ ਰਹੇ, ਆਂਢ ਗੁਆਂਢ ਦੇ ਵਿੱਚ ਉਹਨਾਂ ਦੇ ਸਾਰੇ ਪਾਸੇ ਹੈਗਾ ਬੀਜੇਪੀ ਦਾ ਕੋਈ ਵਰਕਰ ਨਜ਼ਰ ਨਹੀਂ ਆ ਰਿਹਾ। ਇਹ ਜਿਹੜਾ ਕਾਂਗਰਸੀਕਰਨ ਹੈ ਇੱਥੋਂ ਬਾਹਰ ਨਿਕਲ ਕੇ ਗੱਲ ਕਰਨ ਕਿ ਬੀਜੇਪੀ ਦੇ ਕੀ ਹਾਲਾਤ ਨੇ ਪੰਜਾਬ 'ਚ। ਚਲੋ ਮੈਂ ਇੱਕ ਛੋਟਾ ਬ੍ਰੇਕ ਲੈਣਾ, ਬ੍ਰੇਕ ਤੋਂ ਵਾਪਸ ਆਵਾਂਗੇ। ਕਾਂਗਰਸ ਤੇ ਆਮ ਆਦਮੀ ਪਾਰਟੀ ਬੈਠੀ ਹੈ ਨਾ, ਸਮਝਣ ਦੀ ਕੋਸ਼ਿਸ਼ ਕरें ਇਹਨਾਂ ਨੂੰ ਸਿੰਡਰਮ ਕਿੰਨਾ ਸਮਝ ਆ ਰਿਹਾ। ਵਾਪਸ ਆ ਰਹੇ ਮੁੜ ਤੋਂ ਤੁਹਾਡਾ ਸਵਾਗਤ ਕਰਦੇ ਹਾਂ। ਬੜਾ ਸਵਾਲ ਅਸੀਂ ਪੁੱਛ ਰਹੇ ਹਾਂ, ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਸੁਨੀਲ ਜਾਖੜ ਨੇ ਮਾਈਨਰ ਪਾਰਟਨਰ ਸਿੰਡਰਮ ਤੇ ਕੀ ਸੁਨੇਹਾ ਦਿੱਤਾ। ਮੈਂ ਆ ਰਿਹਾ, ਦੋਨੋਂ ਵਕੀਲ ਨੇ ਇਹ ਮਿਸਟਰ ਖੜਿਆਲ ਤੇ ਮਿਸਟਰ ਪਾਸੀ। ਇੱਕ ਮਿੰਟ 'ਚ ਮੈਂ ਆ ਰਿਹਾ। ਚੰਨੀ ਸਾਹਿਬ ਇੱਕ ਸਵਾਲ ਦਾ ਜਵਾਬ ਦੇ ਦਿਓ ਕਿਰਪਾ ਕਰਕੇ ਮੈਨੂੰ। ਚੰਨੀ ਸਾਹਿਬ ਇਹ ਸਿੰਡਰਮ ਵਾਲਾ ਜਿਹੜਾ ਸੁਨੇਹਾ ਹੈ ਉਹ ਹਾਈ ਕਮਾਂਡ ਤੋਂ ਆਇਆ ਜਾਂ ਸੁਨੀਲ ਜਾਖੜ ਦਾ ਪਰਸਨਲ ਹੈ? ਇਹ ਜਿਹੜੀ ਪਾਰਟੀ ਹੈ ਨਾ, ਆਪਾਂ ਕਹਿੰਦੇ ਦੁਨੀਆ ਦੀ ਸਭ ਤੋਂ ਲਾਰਜੈਸਟ ਪਾਰਟੀ ਹੈ ਔਰ ਹਿੰਦੁਸਤਾਨ ਦੀ ਲਾਰਜੈਸਟ ਪਾਰਟੀ ਹੈ। 303 MP ਸਾਡੇ ਇਕੱਲਿਆਂ ਦੇ ਨੇ, 353 ਟੋਟਲ ਨੇ। ਇਹ ਸਾਰਾ ਜਿਹੜਾ ਸੁਨੇਹਾ ਹੈਗਾ ਸਾਰੇ ਹਿੰਦੁਸਤਾਨ ਦਾ ਸੁਨੇਹਾ ਸਾਡੇ ਰਾਸ਼ਟਰੀ ਜਿਹੜੇ ਕੌਮੀ ਪ੍ਰਧਾਨ ਨੇ ਔਰ ਅਮਿਤ ਸ਼ਾਹ ਜੀ ਤੇ ਮੋਦੀ ਜੀ ਦੇ ਰਾਹੀਂ ਆ ਕੇ ਇਹ ਸੁਨੇਹਾ ਆਇਆ। ਇਹ ਕੋਈ ਛੋਟਾ ਮੋਟਾ ਸੁਨੇਹਾ ਨਹੀਂ ਹੈ। ਚਲ ਇਹ ਬਹੁਤ ਵੱਡਾ ਸੁਨੇਹਾ, ਯਾਨੀ ਕਿ ਦਿੱਲੀ ਦਾ ਸੁਨੇਹਾ ਬਾਦਲ ਸਾਹਿਬ ਨੂੰ ਲਾਉਣਾ ਸੀਗਾ ਤੇ ਜਾਖੜ ਸਾਹਿਬ ਨੇ ਲਾਤਾ ਵੀ ਛੋਟਾ ਭਰਾ ਨਹੀਂ ਬਣ ਕੇ ਰਹਿਣਾ, ਅਸੀਂ ਵੱਡਾ ਭਰਾ ਬਣ ਕੇ ਆ ਜਾਾਂਗੇ, ਆਣਾ ਤਾਂ ਆ ਜਾਓ। ਮੈਨੂੰ ਸਮਝ ਨਹੀਂ ਆ ਰਹੀ ਤੁਹਾਡੀ, ਤੁਸੀਂ ਇਹ ਗੱਲ ਰੱਟ ਦੇ ਵਿੱਚ ਕਿਉਂ ਪਏ ਹੋਏ ਆ? ਇਹ ਪੰਜਾਬ ਕਿਸੇ ਦੀ ਜੱਦੀ ਸਰ ਚੰਨੀ ਸਾਹਿਬ ਤੁਸੀਂ ਨਾ ਵੀ ਨਹੀਂ ਕਰਦੇ ਪਏ ਫਿਰ। ਉਹ ਰਸਮ ਮਜੀਦ ਸਿੰਘ ਨੇ ਕਿਹਾ ਤਾਂ ਹੈ ਵੀ ਕੁੜੀ ਵੀ ਤਿਆਰ ਹੈ, ਮੁੰਡਾ ਵੀ ਤਿਆਰ ਹੈ, ਲੈਣ ਦੇਣ ਦੀ ਗੱਲ ਚੱਲਣੀ ਬਸ। ਹੁਣ ਇਹ ਸੀਟ ਸ਼ੇਅਰਿੰਗ ਵਾਲਾ ਸਿੰਡਰਮ ਹੈ ਚੰਨੀ ਸਾਹਿਬ, ਸਿੱਧਾ ਸਵਾਲ ਕਰ ਰਿਹਾ। ਇਹ ਪ੍ਰੋਫੈਸਰ ਮਨਜੀਤ ਸਿੰਘ ਦੇ ਵਿਚਾਰ ਹੈ, ਮੇਰੇ ਨਹੀਂ ਹੈਗੇ। ਚਲੋ ਮੈਨੂੰ ਲੱਗਦਾ ਡਿਬੇਟ ਖਤਮ ਹੋਣ ਤੱਕ ਸਾਰੇ ਸਿੰਡਰਮ ਚੱਲ ਜਾਣਗੇ, ਸ਼ਾਇਦ ਪਤਾ ਨਹੀਂ ਕਿਹੜੇ ਚੱਲ ਜਾਣਗੇ। ਥੋੜਾ ਜਿਹਾ ਤਰਫਾ ਹੈਗਾ ਝੀਠਾਂ ਵਿੱਚੋਂ ਦੇਖਣ ਦਾ, ਉਸ ਹਿਸਾਬ ਨਾਲ ਗੱਲ ਕਰ ਰਹੇ ਨੇ ਅੱਛਾ ਕਿ ਝੀਠਾਂ ਦੇ ਵਿੱਚੋਂ ਅਸੀਂ ਨਹੀਂ ਦੇਖ ਰਹੇ, ਖੁੱਲਾ ਦੇਖ ਰਹੇ। ਚਲੋ ਠੀਕ ਹੈ। ਮਿਸਟਰ ਖੜਿਆਲ ਤੁਸੀਂ ਤਾਂ ਜਾਖੜ ਸਾਹਿਬ ਨੂੰ ਬਹੁਤ ਸੁਣਦੇ ਰਹੇ ਹੋ, ਬਹੁਤ ਨੇੜੇ ਰਹੇ ਹੋ। ਮਿਸਟਰ ਜਾਖੜ ਕਹਿਣਾ ਕੀ ਚਾਹੁੰਦੇ ਆ ਬਿਟਵੀਨ ਦ ਲਾਈਨਸ, ਕੋਈ ਸਮਝ ਆਇਆ ਤੁਹਾਨੂੰ ਮਿਸਟਰ ਖੜਿਆਲ? ਦੇਖੋ ਜੋ ਵੀ ਜਾਖੜ ਸਾਹਿਬ ਕਹਿਣਾ ਚਾਹੁੰਦੇ ਹੈ ਉਹ ਜਾਖੜ ਸਾਹਿਬ ਤੇ ਭਾਰਤੀ ਜਨਤਾ ਪਾਰਟੀ ਜਾਣੇ, ਲੇਕਿਨ ਪੰਜਾਬ ਜੋ ਕਹਿਣਾ ਚਾਹੁੰਦਾ ਹੈ ਗੱਲ ਮਾਇਨੇ ਉਹ ਰੱਖਦੀ ਹੈ। ਪੰਜਾਬ ਨੇ ਬੜਾ ਕਲੀਅਰਲੀ ਕਿਹਾ ਹੋਇਆ ਹੈ ਕਿ ਚਾਹੇ ਬੀਜੇਪੀ ਕੱਲੀ ਲੜ ਲੇ ਤਾਂ ਵੀ ਜ਼ੀਰੋ ਹੈ, ਚਾਹੇ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਅਲਾਈਅੰਸ ਬਣਾ ਕੇ ਲੜ ਲੈਣ ਤਾਂ ਵੀ 0 + 0 ਵਿਲ ਆਲਵੇਜ਼ ਬੀ ਇਕੁਅਲ ਟੂ 0 ਓਨਲੀ। ਦੂਜੀ ਗੱਲ ਸਿਮਿਲੈਰਿਟੀ ਜ਼ਰੂਰ ਹੈ ਦੋਵਾਂ ਦੇ ਵਿੱਚ, ਜੋ ਪੰਜਾਬ ਨੂੰ ਦਿਖਦੀ ਹੈ ਤੇ ਮੈਨੂੰ ਵੀ ਦਿਖਦੀ ਹੈ ਕਿ ਇਹ ਦੋਵੇਂ ਇੱਕ ਦੂਜੇ ਦੀ ਲਾਠੀ ਸੀਗੇ ਬੈਕ ਇਨ ਦ ਡੇ, ਇੱਕ ਦੂਜੇ ਦੇ ਅਲਾਈਅੰਸ ਪਾਰਟਨਰ ਸੀ ਜਦੋਂ ਪਾਵਰ ਸੀਗੇ, ਤੇ ਦੋਵੇਂ ਹੀ ਹੁਣ ਪੰਜਾਬ ਦੇ ਵਿੱਚ ਕਦੇ ਵਾਪਸ ਨਹੀਂ ਆਉਣਗੇ, ਸਰਕਾਰ ਨਹੀਂ ਬਣਾਉਣਗੇ। ਇਹ ਇਕਲੌਤੀ ਸਿਮਿਲੈਰਿਟੀ ਹੈ। ਤੀਜਾ ਇਹ ਹੈ ਕਿ ਜੂਨੀਅਰ ਐਲਾਏ ਦੀ ਜਿਹੜੀ ਗੱਲ ਕੀਤੀ ਹੈ ਜਾਖੜ ਸਾਹਿਬ ਨੇ, ਮੈਨੂੰ ਲੱਗਦਾ ਕਿ ਠੀਕ ਗੱਲ ਕੀਤੀ ਹੈ। ਜੂਨੀਅਰ ਹੈ ਬੀਜੇਪੀ, ਐਗਜ਼ਿਸਟੈਂਸ ਦੇ ਵਿੱਚ ਵੀ ਘੱਟ ਹੈ, ਰੈਕਗਨੀਸ਼ਨ ਦੇ ਵਿੱਚ ਵੀ ਘੱਟ ਹੈ, ਸੀਟਾਂ ਦੇ ਵਿੱਚ ਵੀ ਘੱਟ ਹੈ। ਤੇ ਮੈਂ ਨਾ ਇਹ ਚੀਜ਼ ਅਪਰੀਸ਼ੀਏਟ ਕਰਦਾ ਕਿ ਜਾਖੜ ਸਾਹਿਬ ਇਸ ਚੀਜ਼ ਨੂੰ ਐਕਨੋਲੇਜ ਕਰ ਰਹੇ ਹੈ ਕਿ ਉਹ ਛੋਟੇ ਭਰਾ ਦਾ ਇਸ ਵਕਤ ਧਰਮ ਨਿਭਾ ਰਹੇ ਹੈ। ਮਤਲਬ ਅੰਡਰ ਦਾ ਟੇਬਲ ਅਲਾਈਅੰਸ ਹੈਗੀ ਹੈ, ਓਵਰ ਦਾ ਟੇਬਲ ਭਾਵੇਂ ਨਾ ਦਿਖਾਈ ਦੇ ਰਹੀ ਹੋਵੇ, ਇਹਦਾ ਮਤਲਬ ਇਹ ਹੈ ਯੰਗਰ ਐਲਾ, ਅਦਰਵਾਈਜ਼ ਕਿਉਂ ਕਹਿਣਗੇ ਉਹ। ਤੇ ਦੂਜੀ ਗੱਲ ਇਹ ਹੈ ਕਿ ਦੇਖੋ ਬਹੁਤ ਸਾਰੇ ਸੂਬਿਆਂ ਦੇ ਵਿੱਚ ਜਿੱਥੇ ਜਿੱਥੇ ਬੀਜੇਪੀ ਐਲਾਏ ਹੈਗਾ ਕਿਸੇ ਵੀ ਪਾਰਟੀ ਦਾ, ਉੱਥੇ ਯੰਗਰ ਐਲਾਏ ਛੋਟਾ ਭਰਾ ਬਣ ਕੇ ਹੀ ਜ਼ਿਆਦਾਤਰ ਸੂਬਿਆਂ ਦੇ ਵਿੱਚ ਰਹਿੰਦਾ ਹੈ। ਉਹ ਡਬਲ ਇੰਜਨ ਵਾਲਾ ਇਹਨਾਂ ਦਾ ਜਿਹੜਾ ਸਿੰਬਲ ਹੈ ਉਹ ਡਬਲ ਇੰਜਨ ਹੁਣ ਟਰਬਲ ਇੰਜਨ ਬਣ ਚੁੱਕਿਆ ਹੈ, ਤਬਦੀਲ ਹੋ ਚੁੱਕਿਆ ਹੈ। ਸੋ ਮੈਂ ਇੱਕ ਗੱਲ ਇੱਥੇ ਸਪਸ਼ਟ ਕਰਦਾ ਕਿ ਚਾਹੇ ਇਹ ਜਿੰਨਾ ਮਰਜ਼ੀ ਡਿਨਾਈ ਕਰ ਲੈਣ ਓਵਰ ਦਾ ਟੇਬਲ ਵੀ ਸਾਡੀ ਕੋਈ ਅਲਾਈਅੰਸ ਨਹੀਂ, ਫਿਲਹਾਲ ਇੱਥੇ ਦੋਵੇਂ ਆਸ਼ਵਾਸਨ ਦੇ ਦੇਣ ਕਿ ਅਸੀਂ ਇੱਥੇ ਇਹ 1 ਸਾਲ ਦੇ ਵਿੱਚ ਅਲਾਈਅੰਸ ਨਹੀਂ ਕਰਾਂਗੇ, 2024 ਦੇ ਇਲੈਕਸ਼ਨ ਤੋਂ ਪਹਿਲਾਂ ਪੰਜਾਬ ਦੇ ਵਿੱਚ ਦੋਵੇਂ ਦੇ ਦੇਣ। ਦੂਜੀ ਗੱਲ ਕਿ ਜੇ ਵਾਕਈ ਓਵਰ ਦਾ ਇਹ ਕਹਿ ਰਹੇ ਅੰਡਰ ਦਾ ਟੇਬਲ ਅਲਾਈਅੰਸ ਨਹੀਂ ਹੈਗੀ ਕੋਈ, ਤੇ ਪਾਰਲੀਮੈਂਟ ਇਨੋਗਰੇਸ਼ਨ ਦਾ ਜਦੋਂ ਮਸਲਾ ਸੀਗਾ 21 ਪੋਲੀਟੀਕਲ ਪਾਰਟੀਆਂ ਨੇ ਬਾਇਕਾਟ ਕੀਤਾ ਇਨੋਗਰੇਸ਼ਨ ਨੂੰ, ਕਿਉਂਕਿ ਪ੍ਰੈਜ਼ੀਡੈਂਟ ਨੂੰ ਨਹੀਂ ਬੁਲਾਇਆ ਗਿਆ, ਲੇਕਿਨ ਸ਼੍ਰੋਮਣੀ ਅਕਾਲੀ ਦਲ ਗਿਆ, ਬੀਜੇਪੀ ਦੇ ਹੱਕ ਦੇ ਵਿੱਚ ਉਤਰਿਆ। ਦੂਜਾ ਜਦੋਂ ਆਪੋਜੀਸ਼ਨ ਪਾਰਟੀਆਂ ਦੀ ਯੂਨਿਟੀ ਮੀਟ ਹੋਈ ਪਟਨਾ ਬਿਹਾਰ ਦੇ ਵਿੱਚ, ਬਹੁਤ ਸਾਰੀਆਂ 15+ ਪੋਲੀਟੀਕਲ ਪਾਰਟੀਆਂ ਆਈਆਂ, ਸ਼੍ਰੋਮਣੀ ਅਕਾਲੀ ਦਲ ਉੱਥੇ ਵੀ ਐਬਸੈਂਟ ਸੀਗਾ। ਕਿਉਂ? ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਖੜਾ ਹੈ, ਅੰਡਰ ਦਾ ਟੇਬਲ, ਓਵਰ ਦਾ ਟੇਬਲ ਨਹੀਂ। ਅਗਲਾ ਜਾਖੜ ਸਾਹਿਬ ਕਰਕੇ ਜੇ ਬੀਜੇਪੀ ਨੂੰ ਕੁਝ ਹੋਇਆ ਹੈ
ਤਾਂ ਉਹ ਸਿਰਫ ਇਹ ਹੈ ਕਿ ਇਟ ਹੈਜ਼ ਬੀਨ ਵੀਕਨਡ, ਕਮਜ਼ੋਰ ਹੋ ਗਈ ਹੈ ਬੀਜੇਪੀ। ਅੱਜ ਦਾ ਹੀ ਉਦਾਹਰਨ ਲੈ ਲਓ, ਅਸ਼ਵਨੀ ਸ਼ਰਮਾ ਸਾਹਿਬ, ਚੰਨੀ ਸਾਹਿਬ ਤੁਸੀਂ ਦੱਸ ਦਿਓ, ਅੱਜ ਅਸ਼ਵਨੀ ਸ਼ਰਮਾ ਸਾਹਿਬ ਐਬਸੈਂਟ ਸੀਗੇ, ਏਡੀ ਵੱਡੀ ਓਕੇਜ਼ਨ ਸੀ, ਤੇ ਉਹਨਾਂ ਨੂੰ ਬਤੌਰ ਫਾਰਮਰ ਪ੍ਰੈਜ਼ੀਡੈਂਟ ਆਫ ਬੀਜੇਪੀ ਪੰਜਾਬ ਯੂਨਿਟ ਆਉਣਾ ਚਾਹੀਦਾ ਸੀਗਾ, ਇਹ ਬੜਾ ਇੰਪੋਰਟੈਂਟ, ਲੇਕਿਨ ਉਹ ਆਏ ਨਹੀਂ, ਬੜਾ ਵੱਡਾ ਸਵਾਲ ਹੈ, ਮੈਂ ਭੁੱਲ ਗਿਆ ਸੀਗਾ। ਸੋ ਤਰੇੜ ਪੈ ਚੁੱਕੀ ਹੈ ਬੀਜੇਪੀ ਦੇ ਵਿੱਚ। ਤਰੇੜ ਪਤਾ ਕਿਉਂ ਪਈ, ਕੰਕਲੂਡ ਕਰ ਰਹੇ ਹਾਂ, ਤਰੇੜ ਤਾਂ ਪਈ ਹੈ ਕਿਉਂਕਿ ਜਿਹੜੇ ਕੱਲ ਦੇ ਆਏ ਹੈ 5-6 ਸਟੇਟ ਵਾਈਸ ਪ੍ਰੈਜ਼ੀਡੈਂਟ ਬਣਾਤੇ ਜਿਹੜੇ ਫਾਰਮਰ ਕਾਂਗਰਸ ਹੈ, ਜਨਰਲ ਸੈਕਟਰੀ ਬਣਾਤੇ ਫਾਰਮਰ ਕਾਂਗਰਸ ਹੈ, ਸੈਕਟਰੀ ਬਣਾਤੇ ਫਾਰਮਰ ਕਾਂਗਰਸ ਨੇ, ਸਪੋਕਸਪਰਸਨ ਬਣਾਤੇ ਫਾਰਮਰ ਕਾਂਗਰਸ ਨੇ, ਤੇ ਪ੍ਰਧਾਨ ਵੀ ਬਣਾਇਆ ਫਾਰਮਰ ਕਾਂਗਰਸ। ਮੈਂ ਇਹਨਾਂ ਨੂੰ ਸੁਝਾਅ ਦਊਂਗਾ ਤੁਸੀਂ ਨਾ ਵੀ ਬੀਜੇਪੀ ਤੋਂ ਫਾਰਮਰ ਕਾਂਗਰਸ ਹੀ ਧਰ ਲਓ, ਕਿਉਂਕਿ ਤੁਹਾਨੂੰ ਰੂਲ ਹੀ ਫਾਰਮਰ ਕਾਂਗਰਸ ਲੀਡਰਸ ਕਰ ਰਹੇ ਹੈ। ਤੇ ਅਖੀਰਲਾ ਇਹਨਾਂ ਦੇ ਆਉਣ ਕਰਕੇ ਜਾਖੜ ਸਾਹਿਬ ਦੇ ਮੈਂ ਇੱਕ ਗੱਲ ਆਸ਼ਵਾਸਨ ਦੇ ਦੇਣਾ ਤੁਹਾਨੂੰ, ਪੰਜਾਬ ਦਾ ਫਾਇਦਾ ਨਹੀਂ ਹੋਣਾ। ਜੇ ਕੋਈ ਸੋਚ ਰਿਹਾ ਹੋਵੇ ਨਾ ਵੀ ਜਾਖੜ ਸਾਹਿਬ ਹੁਣ ਇੱਥੋਂ ਸੂਬੇ ਦੀ ਗੱਲ ਸੈਂਟਰ ਤੱਕ ਪਹੁੰਚਾਉਣਗੇ, ਇੱਕ ਬ੍ਰਿਜ ਬਣਨਗੇ, ਉਹ ਚੀਜ਼ ਨਹੀਂ ਹੋਊਗੀ। ਕਾਰਨ ਪਤਾ ਕੀ ਹੈ, ਕੇਰਲਾ ਨੂੰ ਇਹਨਾਂ ਨੇ 600 ਕਰੋੜ ਦਾ ਰਿਲੀਫ ਪੈਕੇਜ ਦਿੱਤਾ ਸੀ ਜਦੋਂ ਫਲੱਡ ਸਿਚੁਏਸ਼ਨ ਸੀ, ਪੰਜਾਬ ਨੂੰ 1 ਰੁਪਿਆ ਨਹੀਂ ਦਿੱਤਾ ਅਜੇ ਤੱਕ। ਸਾਡੇ ਆਰਡੀਐਫ ਦੇ ਫੰਡ, ਸਾਡੇ ਐਨਐਚਐਮ ਦੇ ਫੰਡ ਸਾਨੂੰ ਮੈਚ ਨਹੀਂ ਦਿੱਤਾ, ਸਾਨੂੰ ਪੈਕੇਜ ਨਹੀਂ ਦਿੱਤਾ। ਸੋ ਬੀਜੇਪੀ ਚਾਹੇ ਜੋ ਮਰਜ਼ੀ ਕਹਿ ਲੇ, ਇਹ ਕੱਲ ਵੀ ਐਂਟੀ ਪੰਜਾਬ ਸੀ, ਅੱਜ ਵੀ ਐਂਟੀ ਪੰਜਾਬ ਹੈ, ਤੇ ਅੱਗੇ ਵੀ ਐਂਟੀ ਪੰਜਾਬ। ਚਲੋ ਮਿਸਟਰ ਪਾਸੀ, ਮਾਈਨਰ ਪਾਰਟਨਰ ਸਿੰਡਰਮ ਤੋਂ ਤੁਹਾਨੂੰ ਕੀ ਸਮਝ ਆਉਂਦਾ, ਜਾਖੜ ਸਾਹਿਬ ਕੀ ਕਹਿਣਾ ਚਾਹੁੰਦੇ ਨੇ? ਜਿੱਦਾਂ ਖੰਡਿਆਲ ਸਾਹਿਬ ਨੇ ਡਿਟੇਲ ਚ ਦੱਸਿਆ ਤੇ ਪ੍ਰੋਫੈਸਰ ਮਨਜੀਤ ਜੀ ਵੀ ਦੱਸ ਕੇ ਗਏ ਆ, ਅੰਡਰ ਦੀ ਟੇਬਲ ਤਾਂ ਇਹਨਾਂ ਦੀ ਸੈਟਲਮੈਂਟਸ ਹੋ ਚੁੱਕੀਆਂ। ਇਹ ਤਾਂ ਲੈਣ ਦੇਣ ਵਧਾਉਣ ਦੀ ਗੱਲ ਹੈ ਵੀ ਸਾਨੂੰ ਵੱਧ ਤੋਂ ਵੱਧ ਸਿੱਟਾਂ ਮਿਲ ਜਾਣ। ਸਿੰਡਰਮ ਕੀ ਹੁੰਦਾ ਹੈ? ਮਨੋਵ੍ਰਿਤੀ। ਅੱਛਾ, ਸਿੰਡਰਮ ਦਾ ਅਰਥ ਹੈ ਮਨੋਵ੍ਰਿਤੀ, ਕਿ ਕਰੈਕਟਰਾਈਜ਼ ਅ ਪਾਰਟਿਕੂਲਰ ਐਬਨੋਰਮੈਲਿਟੀ ਔਰ ਕੰਡੀਸ਼ਨ। ਜਾਖੜ ਸਾਹਿਬ ਜਦੋਂ ਬੋਲ ਰਹੇ ਹੈ, ਇਹਦਾ ਗੂਗਲ ਖੋਲਿਆ ਹੋਇਆ ਨਾ ਪੂਰਾ, ਪਾਸੀ ਸਾਹਿਬ ਨੇ ਗੂਗਲ ਖੋਲਿਆ ਹੋਇਆ। ਹਾਂ ਬੋਲੋ ਬਸ। ਇਹਦੀ ਡੈਫੀਨੇਸ਼ਨ ਹੈ, ਇਹ ਸਿੰਡਰਮ ਮੀਨਸ ਇਟ ਕੈਰੈਕਟਰਾਈਜ਼ ਐਬਨੋਰਮੈਲਿਟੀ ਔਰ ਕੰਡੀਸ਼ਨ। ਹੁਣ ਜਾਖੜ ਸਾਹਿਬ ਇਹ ਦੱਸ ਰਹੇ ਆ ਆਪਣੇ ਵਰਕਰਾਂ ਨੂੰ ਉਤਸ਼ਾਹ ਕਰਨ ਦੇ ਲਈ, ਘਬਰਾਇਓ ਨਾ, ਹੁਣ ਆਪਾਂ ਛੋਟੇ ਭਰਾ ਵਾਲਾ ਸਿੰਡਰਮ ਨਹੀਂ ਰੱਖਣਾ ਉਹਨਾਂ ਦਾ ਕਹਿਣ ਦਾ, ਪਰ ਪਤਾ ਉਹਨਾਂ ਨੂੰ ਵੀ ਹੈ ਕਿ ਨਾ ਐਗਜ਼ਿਸਟੈਂਸ ਇਹਨਾਂ ਦੀ ਰਹੀ। ਔਰ ਜੇ ਅਕਾਲੀ ਦਲ ਜਿੱਦਾਂ ਅੰਡਰ ਦੀ ਟੇਬਲ ਕਿਉਂ ਖੁੱਲ ਕੇ ਬਾਹਰ ਨਹੀਂ ਆ ਰਿਹਾ, ਅਕਾਲੀ ਦਲ ਨੂੰ ਵੀ ਪਤਾ ਹੈ ਜਿਸ ਦਿਨ ਖੁੱਲ ਕੇ ਇਹ ਬੀਜੇਪੀ ਦੇ ਨਾਲ ਆ ਕੇ ਹੋਰ ਡਾਊਨਫਾਲ ਤੇ ਚਲੇ ਜਾਣਾ ਇਹਨਾਂ ਨੇ। ਕਿਉਂਕਿ ਇਹ ਹੁਣ ਜਿੱਦਾਂ ਕਹਿੰਦੇ ਨਾ ਜੀ, ਬਿਲਕੁਲ ਕਲੀਅਰ ਕਿਹਾ ਖੰਡਿਆਲ ਸਾਹਿਬ ਨੇ, ਸਹੀ ਕਿਹਾ ਕਿ ਰਾਸ਼ਟਰਪਤੀ ਜੀ ਨੂੰ ਨਹੀਂ ਜਿੱਥੇ ਬੁਲਾਇਆ ਜਾਂਦਾ ਉੱਥੇ ਅਕਾਲੀ ਦਲ ਚਲਿਆ ਜਾ। ਔਰ ਇਹ ਬਿਲਕੁਲ ਕਲੀਅਰ ਹੋ ਚੁੱਕਿਆ ਕਿ ਅੰਡਰ ਦੀ ਟੇਬਲ ਇਹ ਆਪਸ ਚ ਇਕਤਾ ਹੋ ਚੁੱਕੇ ਆ। ਪਰ ਹੁਣ ਪਬਲਿਕ ਕਿਸ ਮੂੰਹ ਦਾ ਨਾਲ ਜਾਣ, ਇਸ ਲਈ ਆਪਣੇ ਆਪਣੇ ਵਰਕਰਾਂ ਨੂੰ ਉਤਸ਼ਾਹ ਕਰਨ ਦੀ ਕੋਸ਼ਿਸ਼ ਕੀਤੀ। ਪਰ ਦੂਜੇ ਪਾਸੇ ਜਿੱਦਾਂ ਖੰਡਿਆਲ ਸਾਹਿਬ ਨੇ ਕਿਹਾ, ਅਸ਼ਵਨੀ ਸ਼ਰਮਾ ਜੀ ਨਹੀਂ ਆਏ, ਅਰੁਣ ਨਾਰੰਗ ਜੀ ਅਸਤੀਫਾ ਦੇ ਗਏ। ਇੱਕੋ ਮੋਹਾਲੀ ਦੇ ਵਿੱਚ ਇੱਕ ਬੀਜੇਪੀ ਲੀਡਰ ਨੇ ਕੱਪੜੇ ਹੀ ਫਾੜ ਲਏ ਸੀ ਆਪਣੇ, ਕਿ ਜੀ ਇਹ ਕਿਆ ਕਰਤਾ ਤੁਸੀਂ ਜਾਖੜ ਜੀ ਨੂੰ, ਜਿਹੜੇ ਕਹਿੰਦੇ ਸੀ ਕਾਂਗਰਸ ਮੁਕਤ ਕਰਨਾ ਹੈ, ਅੱਜ ਬੀਜੇਪੀ ਕਾਂਗਰਸ ਯੁਕਤ ਹੋ ਚੁੱਕੀ ਹੈ। ਚਲੋ ਠੀਕ ਹੈ। ਹਾਂ ਮਿਸਟਰ ਪੁੱਲਰ ਕੀ ਕਹਿਣਾ ਚਾਹੁੰਦੇ ਹੋ, ਬੋਲੋ ਫਟਾਫਟ। ਦੇਖੋ ਗੱਲ ਇਸ ਤਰ੍ਹਾਂ ਹੈ ਕਿ ਇੱਕ ਤੇ ਖੜਿਆਲ ਸਾਹਿਬ ਨੇ ਜਿਹੜਾ ਇਹ ਖਲਸਾ ਦਿੱਤਾਇਆ ਹੈ ਕਿ ਜੀ ਅਕਾਲੀ ਦਲ ਜਿਹੜਾ ਹੈਗਾ, ਸਾਰੀਆਂ ਪਾਰਟੀਆਂ ਇਕੱਠੀਆਂ ਹੋਈਆਂ ਸੀਗੀਆਂ ਸਟੇਜ ਤੇ ਅਕਾਲੀ ਦਲ ਉੱਥੇ ਨਹੀਂ ਆਇਆ। ਅਸੀਂ ਇੱਕ ਕਾਤਲ ਪਾਰਟੀ ਜਿਹੜੀ ਸਿੱਖਾਂ ਦੀ ਕਾਤਲ ਹੋਏ, ਪੰਜਾਬ ਦੇ ਲੋਕਾਂ ਦੀ ਕਾਤਲ ਹੋਏ, ਉਹਦੇ ਨਾਲ ਸਟੇਜ ਸਾਂਝੀ ਕਿਤੇ ਵੀ ਨਹੀਂ ਕਰ ਸਕਦੇ। ਮੈਂ ਸਪਸ਼ਟ ਕਰ ਦਿੰਦਾ, ਮੈਂ ਪਹਿਲਾਂ ਹੀ ਬੜੀ ਵਾਰੀ ਖੜਿਆਲ ਸਾਹਿਬ ਦੀ ਇਸ ਗੱਲ ਦਾ ਜਵਾਬ ਦਿੱਤਾ, ਮੈਂ ਦੁਬਾਰਾ ਦੇ ਦਿੰਦਾ। ਮੈਨੂੰ ਲੱਗਦਾ ਖੜਿਆਲ ਸਾਹਿਬ ਦੀ ਤਸੱਲੀ ਹੋ ਜਾਏਗੀ ਇਸ ਗੱਲ ਦੇ ਨਾਲ ਵੀ ਕਾਂਗਰਸ ਪਾਰਟੀ ਜਿਹੜੀ ਸਟੇਜ ਸਾਂਝੀ ਕਰੇਗੀ, ਇਹ ਕਾਤਲ ਪਾਰਟੀ ਦੇ ਨਾਲ ਅਸੀਂ ਕਦੀ ਵੀ ਉਹ ਸਟੇਜ ਸਾਂਝੀ ਨਹੀਂ ਕਰਾਂਗੇ। ਦੂਸਰੀ ਗੱਲ, ਫਿਰ ਅਜੀਤ ਦੇ ਪਲੇਟਫਾਰਮ ਤੇ ਕਿਉਂ ਕੀਤੀ? ਹਾਂਜੀ, ਅਜੀਤ ਦੇ ਪਲੇਟਫਾਰਮ ਤੇ ਕਿਉਂ ਕੀਤੀ ਸਾਂਝੀ? ਮੇਰੀ ਗੱਲ ਸੁਣੋ ਤੁਸੀਂ, ਜਿੱਥੇ ਰਾਹੁਲ ਗਾਂਧੀ ਦਾ ਪਰਿਵਾਰ ਹੋਊਗਾ, ਜਿੱਥੇ ਅਜੀਤ ਗਾਂਧੀ ਦਾ ਪਰਿਵਾਰ ਹੋਊਗਾ, ਜਿੱਥੇ ਦਾ ਪਰਿਵਾਰ ਹੋਊਗਾ, ਅਸੀਂ ਨਹੀਂ ਸਾਂਝੀ ਕਰਾਂਗੇ ਉੱਥੇ। ਔਰ ਜਿਹੜੀ ਅਸੀਂ ਜੇ ਅਜੀਤ ਦੇ ਉਹਦੇ ਪਲੇਟਫਾਰਮ ਤੇ ਗਏ ਆ, ਉਹ ਪੱਤਰਕਾਰਾਂ ਦਾ ਜਿਹੜਾ ਹਸ਼ਰ ਕੀਤਾ ਜਾ ਰਿਹਾ ਸੀਗਾ, ਜਿਹੜੀਆਂ ਫਲੈਟ ਦਿੱਤੀਆਂ ਜਾ ਰਹੀਆਂ ਸੀ, ਇਸ ਤਰੀਕੇ ਨਾਲ। ਪੁੱਲਰ ਸਾਹਿਬ ਪਾਰਲੀਮੈਂਟ ਵੇਲੇ ਤੁਸੀਂ ਬੀਜੇਪੀ ਦੀ ਸਪੋਰਟ ਕੀਤੀ ਹੈ, ਕਾਂਗਰਸ ਇਹ ਵੀ ਕਹਿ ਰਹੀ ਹੈ। ਦੇਖੋ ਪਾਰਲੀਮੈਂਟ ਦੇ ਟਾਈਮ ਤੇ ਬੀਜੇਪੀ ਦੀ ਕੋਈ ਸਪੋਰਟ ਨਹੀਂ ਸੀ, ਉਹ ਸਾਰਿਆਂ ਨੂੰ ਇਨਵੀਟੇਸ਼ਨ ਦਿੱਤਾ ਗਿਆ ਸੀ। ਮਤਲਬ ਮਸਲ ਪਾਵਰ ਨਹੀਂ ਦਿਖਾਈ ਜਾ ਰਹੀ ਸੀ ਕਿਸੇ ਪਾਰਟੀ ਵੱਲੋਂ, ਨਾ ਬੀਜੇਪੀ ਨੇ ਉੱਥੇ ਮਸਲ ਪਾਵਰ ਦਿਖਾਈ ਹੈ ਆਪਣੀ ਕਿ ਅਸੀਂ ਮਸਲ ਪਾਵਰ ਦਿਖਾ ਰਹੇ ਹਾਂ। ਉਹ ਇੱਕ ਨੈਗੋਸ਼ੀਏਸ਼ਨ ਸੀ, ਉਹਦੇ ਵਿੱਚ ਸਾਰੇ ਐਮਪੀਜ਼ ਨੂੰ ਇਨਵਾਈਟ ਸੀਗਾ। ਅਗਰ ਇਹ ਲੋਕ ਨਹੀਂ ਗਏ ਤਾਂ ਨਹੀਂ ਗਏ, ਇਹਨਾਂ ਦੀ ਮਰਜ਼ੀ ਹੈ। ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਚੋਂ ਗਏ ਆ, ਤੁਸੀਂ ਤਾਂ ਕਹੋ ਅਗਰ ਅਕਾਲੀ ਦਲ ਦੀ ਸਾਰੀ ਸਮੁੱਚੀ ਲੀਡਰਸ਼ਿਪ ਉੱਥੇ ਗਈ ਹੋਵੇ, ਚਲੋ ਸਾਡੇ ਮੈਂਬਰ ਪਾਰਲੀਮੈਂਟ ਗਏ ਉਹਨਾਂ ਅਟੈਂਡ ਕੀਤਾ। ਚਲੋ ਠੀਕ ਹੈ। ਇੱਕ ਹੋਰ ਥੋੜਾ ਬ੍ਰੇਕ ਲਵਾਂਗਾ, ਬ੍ਰੇਕ ਤੋਂ ਵਾਪਸ ਆਵਾਂਗੇ। ਬ੍ਰੇਕ ਤੋਂ ਵਾਪਸ ਆ ਕੇ ਜਿਹੜਾ ਅਸ਼ਵਨੀ ਸ਼ਰਮਾ ਵਾਲਾ ਸਵਾਲ ਕਾਂਗਰਸ ਨੇ ਚੁੱਕਿਆ ਹੈਗਾ, ਬੀਜੇਪੀ ਤੋਂ ਜਵਾਬ ਜ਼ਰੂਰ ਲਵਾਂਗੇ। ਹਾਲਾਂਕਿ ਬੀਜੇਪੀ ਇਸ ਸਵਾਲ ਦੀ ਤਿਆਰੀ ਕਰਕੇ ਜ਼ਰੂਰ ਆਈ ਹੋਵੇਗੀ, ਮੈਨੂੰ ਲੱਗਦਾ। ਵਾਪਸ ਆ ਰਹੇ ਮੁੜ ਤੋਂ ਤੁਹਾਡਾ ਸਵਾਗਤ। ਵੱਡਾ ਸਵਾਲ ਅਸੀਂ ਪੁੱਛ ਰਹੇ ਹਾਂ, ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਸੁਨੀਲ ਜਾਖੜ ਨੇ ਮਾਈਨਰ ਪਾਰਟਨਰ ਸਿੰਡਰਮ ਤੇ ਕੀ ਸੁਨੇਹਾ ਦਿੱਤਾ।
ਚੰਨੀ ਸਾਹਿਬ ਇੱਕ ਛੋਟਾ ਜਿਹਾ ਜਵਾਬ ਦੇ ਦਿਓ, ਉਸ ਤੋਂ ਬਾਅਦ ਪ੍ਰੋਫੈਸਰ ਮਨਜੀਤ ਸਿੰਘ ਕੋਲ ਜਾਣਾ ਮੈਂ। ਅਸ਼ਵਨੀ ਸ਼ਰਮਾ ਹਰੀ ਕਿੱਥੇ ਸੀਗੇ? ਕਾਂਗਰਸ ਪੁੱਛ ਰਹੀ ਹੈ ਸਰ, ਮੈਨੂੰ ਤਾਂ ਪਤਾ ਵੀ ਨਹੀਂ ਸੀ ਅਸ਼ਵਨੀ ਸ਼ਰਮਾ ਵਾਲਾ ਸਵਾਲ ਵੀ ਕਰਨਾ। ਦੇਖੋ ਅਸ਼ਵਨੀ ਸ਼ਰਮਾ ਜੀ, ਇਹ ਤੁਹਾਨੂੰ ਮੈਂ ਹੋਰ ਦੱਸ ਕਿ ਇਹ ਜਿਹੜੀ ਬੀਜੇਪੀ ਪਾਰਟੀ ਹੈ, ਇਹ ਸਨਮਾਨਾਂ ਦੀ ਪਾਰਟੀ ਨਹੀਂ, ਇਹ ਅਹੁਦਿਆਂ ਦੀ ਪਾਰਟੀ ਨਹੀਂ, ਇਹ ਜ਼ਿੰਮੇਵਾਰੀਆਂ ਦੀ ਪਾਰਟੀ ਹੈ। ਔਰ ਇੱਕ ਬੜੀ ਮੈਰਾਥਨ ਜਿਹੜੀ ਹੈਗੀ ਹੈ, ਰੇਸ ਹੈਗੀ ਹੈ, ਉਹਦੇ ਵਿੱਚ ਜਿਹੜੇ ਅਸ਼ਵਨੀ ਸ਼ਰਮਾ ਜੀ ਅੱਜ ਕਿਹੜੀ ਜ਼ਿੰਮੇਵਾਰੀ ਸਾਂਭ ਰਹੇ ਸੀ? ਉਹ ਵੈਸੇ ਤਾਂ ਨੈਸ਼ਨਲ ਐਗਜ਼ੈਕਟਿਵ ਦੇ ਵਿੱਚ ਨੋਮੀਨੇਟ ਹੋ ਗਏ ਨੇ, ਪਰ ਮੈਂ ਜੇ ਤੁਸੀਂ ਮੇਰੀ ਗੱਲ ਜਿਹੜੀ ਮੈਂ ਕਹਿੰਦਾ ਉਹ ਹੈਗੀ ਹੈ ਕਿ ਏਦਾਂ ਦੀ ਇੱਥੇ ਕੋਈ ਗੱਲ ਨਹੀਂ। ਔਰ ਸ਼ਰਮਾ ਜੀ 10 ਟਰਮਾਂ ਲੈ ਕੇ ਗਏ ਨੇ, 2.5 ਟਰਮਸ ਲੈ ਕੇ ਗਏ। ਉਹ ਏਦਾਂ ਨਹੀਂ ਵੀ ਏਦਾਂ ਹੀ ਕਿਤੇ ਆਏ ਤੇ ਚਲੇ ਗਏ। ਚਲੋ ਸ਼ਰਮਾ ਜੀ ਜਾਣਬੁੱਝ ਕੇ ਗੈਰ ਹਾਜ਼ਰ ਰਹੇ ਜਾਂ ਸ਼ਰਮਾ ਜੀ ਨੂੰ ਸੱਦਿਆ ਗਿਆ ਸੀ ਆਏ ਨਹੀਂ, ਜਾਂ ਸ਼ਰਮਾ ਜੀ ਆਉਣਾ ਹੀ ਨਹੀਂ ਚਾਹੁੰਦੇ ਸੀ, ਤੁਹਾਨੂੰ ਪਹਿਲਾਂ ਹੀ ਪਤਾ ਸੀ ਇਸ ਲਈ ਸੱਦਾ ਹੀ ਨਹੀਂ ਦਿੱਤਾ, ਇਹ ਕਹਿਣਾ ਚਾਹ ਰਹੇ ਹੋ? ਨਹੀਂ, ਮੈਨੂੰ ਨਹੀਂ ਪਤਾ ਉਹ ਆਪਣਾ ਸੱਦਾ ਮੈਂ ਉਹਦੇ ਵਿੱਚ ਹੈਗਾ ਸੱਦਾ ਗਿਆ ਕਿ ਨਹੀਂ, ਪਰ ਉਹ ਹੀ ਇਜ਼ ਵੈਰੀ ਮੱਚ ਪਾਰਟ ਆਫ ਦੀ ਟੀਮ। ਮੈਂ ਇਹ ਤੁਹਾਨੂੰ ਗੱਲ ਚਲੋ ਦਾਅਵੇ ਨਾਲ ਠੀਕ ਹੈ। ਚੰਨੀ ਸਾਹਿਬ ਵੈਸੇ ਪੁਰਾਣੇ ਪ੍ਰਧਾਨ ਦਾ ਹੋਣਾ ਲਾਜ਼ਮੀ ਥੋੜੀ ਹੁੰਦਾ, ਫਿਰ ਕੀ ਨਹੀਂ ਹੋਏ ਤਾਂ? ਇਹ ਵੀ ਕੋਈ ਲਾਜ਼ਮੀ ਨਹੀਂ ਹੈ। ਹਾਂ ਬਿਲਕੁਲ ਠੀਕ ਹੈ। ਇਹ ਕਿਹੜਾ ਪ੍ਰੋਫੈਸਰ ਮਨਜੀਤ ਸਿੰਘ, ਇਹ ਕਿਹੜਾ ਅਸ਼ਵਨੀ ਸ਼ਰਮਾ ਜੀ ਤੋਂ ਅਹੁਦਾ ਲੈ ਕੇ ਤੇ ਉਹਨਾਂ ਨੂੰ ਸਨਮਾਨਿਤ ਕਰਨਾ ਸੀਗਾ ਵੀ ਭਾਈ ਅੱਛਾ ਭੁੱਲਰ ਸਾਹਿਬ ਬੋਲੋ ਇਹ ਸੰਵਿਧਾਨ ਦੀ ਗੱਲ ਕਰਨਗੇ ਬੀਜੇਪੀ ਦੀ। ਹਾਂ ਬੋਲੋ ਭੁੱਲਰ ਸਾਹਿਬ ਬੋਲੋ ਭੁੱਲਰ ਸਾਹਿਬ ਬੋਲੋ। ਹਾਂ ਬੋਲੋ ਭੁੱਲਰ ਸਾਹਿਬ, ਤੁਹਾਡੀ ਆਵਾਜ਼ ਸੁਣ ਰਿਹਾ ਮੈਂ। ਉਂਗਲ ਖੜੀ ਰਹਿ ਗਈ, ਉਹ ਮੈਨੂੰ ਲੱਗਦਾ ਫਰੀਜ਼ ਹੋ ਗਿਆ। ਹਾਂਜੀ ਚਲੋ ਕੋਈ ਨਹੀਂ, ਨੈਟ ਦੀ ਪ੍ਰੋਬਲਮ ਹੋਣੀ ਹੈ। ਹਾਂ ਪ੍ਰੋਫੈਸਰ ਸਾਹਿਬ ਬੋਲੋ। ਨਹੀਂ ਮੈਨੂੰ ਤੇ ਬੜੀ ਹੈਰਾਨੀ ਦੀ ਗੱਲ ਆ ਕਿ ਦੇਖੋ ਆਪਾਂ ਜਦੋਂ ਇੱਥੇ ਗੱਲ ਕਰਦੇ ਆ ਰਾਜਨੀਤੀ ਦੀ ਤੇ ਵਿਚਾਰਧਾਰਾ ਬਿਲਕੁਲ ਹੀ ਦਫਨਾ ਹੀ ਦਿੱਤੀ ਗਈ ਹੈ ਕਿਸੇ ਪੱਧਰ ਤੇ। ਜਾਨੀ ਕਿੰਨਾ ਸਾਨੂੰ ਕੌਨਫੀਡੈਂਸ ਆ ਰਿਹਾ ਭੁੱਲਰ ਸਾਹਿਬ, ਆ ਰਿਹਾ, ਤੁਹਾਡਾ ਨੈਟ ਫਰੀਜ਼ ਹੋ ਗਿਆ ਸੀ, ਆ ਰਿਹਾ, ਇੱਕ ਮਿੰਟ ਆ ਰਿਹਾ। ਹਾਂ ਪ੍ਰੋਫੈਸਰ ਬੋਲੋ। ਭੁੱਲਰ ਸਾਹਿਬ ਆ ਰਿਹਾ ਸਰ, ਇੱਕ ਮਿੰਟ ਭੁੱਲਰ ਸਾਹਿਬ, ਇੱਕ ਮਿੰਟ ਸਰ ਆ ਰਿਹਾ। ਹਾਂ ਬੋਲੋ ਤੁਸੀਂ ਬੋਲੋ ਮੈਨੂੰ ਲੱਗਦਾ ਤੁਹਾਡੇ ਕੋਲ ਲੇਟ ਆਵਾਜ਼ ਪਹੁੰਚਦੀ। ਬੋਲੋ ਭੁੱਲਰ ਸਾਹਿਬ ਬੋਲੋ ਹੁਣ। ਉਹ ਫਿਰ ਉਹਨਾਂ ਦਾ ਨੈਟ ਚਲਾ ਜਾਂਦਾ ਮਤਲਬ। ਹਾਂ ਪ੍ਰੋਫੈਸਰ ਤੁਸੀਂ ਆਪਣੀ ਗੱਲ ਪੂਰੀ ਕਰੋ ਜੀ। ਮੈਂ ਇਹ ਕਹਿਣਾ ਆ ਕਿ ਆਪਾਂ ਜਦੋਂ ਗੱਲ ਕਰ ਰਹੇ ਆ ਤੇ ਭੁੱਲਰ ਸਾਹਿਬ ਨੇ ਜਿੱਡਾ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਦੇ 10 ਵਾਰੀ ਗੰਗਾ ਨਹਾ ਕੇ ਆਵੇ ਤੇ ਅਸੀਂ ਉਹ ਕਦੀ ਉਹਨਾਂ ਦੇ ਲਾਗੋਂ ਦੀ ਪਰਛਾਵਾਂ ਨਹੀਂ ਲੈ ਸਕਦੇ, ਇਹੋ ਜਿਹੀਆਂ ਗੱਲਾਂ ਕਰਦੇ ਆ। ਤੇ ਜਿਹਦੇ ਨਾਲ ਪਿਆਰ ਪਿੰਗਾ ਝੂਟਣ ਨੂੰ ਫਿਰਦੇ ਆ ਉਹਨਾਂ ਦਾ ਗੋਦਰਾ ਭੁੱਲ ਗਏ ਆ। ਜਿਹੜੇ ਪੂਰੇ ਦੇਸ਼ ਦੇ ਅੰਦਰ ਸਿਰਫ ਤੇ ਸਿਰਫ ਬਹੁ ਗਿਣਤੀ ਤੇ ਘੱਟ ਗਿਣਤੀ ਦੇ ਆਪਸੀ ਵਖਰੇਵਿਆਂ ਦੇ ਨਾਂ ਦੇ ਉੱਤੇ ਰਾਜਨੀਤੀ ਕਰਦੇ ਆ, ਉਹ ਇਹਨਾਂ ਨੂੰ ਪਿਆਰ ਪਿੰਗਾਂ ਲੱਗਦੀਆਂ ਆ। ਯਾਨੀ ਇੰਨੀ ਵੀ ਕਿਹੜੀ ਗੱਲ, ਕੀ ਹੋ ਗਿਆ, ਕਿੱਥੇ ਗਈਆਂ ਵਿਚਾਰਧਾਰਾਵਾਂ, ਕਿੱਥੇ ਗਿਆ ਅਕਾਲੀ ਦਲ ਤੇ ਸਰਵ ਧਰਮਾਂ ਨੂੰ ਪ੍ਰਵਾਨਿਤ ਹੋਣਾ ਚਾਹੀਦਾ। ਇਕੱਲਾ ਉਹ ਸਿੱਖ ਪਾਰਟੀ ਜਾਂ ਖਾਲਸਾ ਪਾਰਟੀ ਜਾਂ ਪੰਥਕ ਪਾਰਟੀ ਥੋੜੀ ਹੈ, ਉਹ ਤੇ ਉਹਦਾ ਨਾਂ ਹੈ, ਇੱਕ ਆਧਾਰ ਹੈਗਾ। ਪਰ ਅਦਰਵਾਈਜ਼ ਤੇ ਉਹ ਸਮੁੱਚੀ ਮਾਨਵਤਾ ਲਈ ਹੋਣਾ ਚਾਹੀਦਾ। ਭਾਵੇਂ ਉਹ ਕਾਂਗਰਸ ਨੇ ਕੀਤਾ, ਭਾਵੇਂ ਉਹ ਬੀਜੇਪੀ ਨੇ ਕੀਤਾ, ਭਾਵੇਂ ਕੱਲ ਨੂੰ ਕੋਈ ਆਮ ਆਦਮੀ ਪਾਰਟੀ ਇਹੋ ਜਿਹਾ ਕੰਮ ਕਰਦੀ ਹੈ ਤੇ ਇਹਨਾਂ ਨੂੰ ਉਹਦੇ ਵਿਰੁੱਧ ਡਟ ਕੇ ਸਟੈਂਡ ਲੈਣਾ ਚਾਹੀਦਾ ਔਰ ਆਪਣੀ ਜਿਹੜੀ ਰਾਜਨੀਤੀ ਰੱਖਣੀ ਚਾਹੀਦੀ ਹੈ। ਇਹ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ। ਪ੍ਰੂਵ ਇਹ ਕਰਨਾ ਚਾਹ ਰਹੇ ਸੀਗੇ ਕਿ ਦੇਖੋ ਜੀ ਉਹ ਇਹੋ ਜੀ ਪਾਰਟੀ ਹੈ ਕਿ ਜਿਨ੍ਹਾਂ ਨੇ ਸਿੱਖਾਂ ਨਾਲ ਇੰਨਾ ਧੱਕਾ ਕੀਤਾ, ਬਾਕੀ ਦੀਆਂ ਤੁਸੀਂ ਜਾਂ ਤੇ ਆਪਣੇ ਤੌਰ ਤੇ ਖੜੇ ਰਹੋ, ਅਸੀਂ ਮੰਨਾਂਗੇ, ਅਸੀਂ ਬਹੁਤ ਵਾਰੀ ਬੜੀ ਦੇਰ ਦਾ ਇਸ ਗੱਲ ਦਾ ਜ਼ੋਰ ਪਾ ਰਹੇ ਹਾਂ ਕਿ ਇੱਕੋ ਇੱਕ ਰੀਜਨਲ ਪਾਰਟੀ ਹੈ, ਤੁਸੀਂ ਆਪਣੇ ਪੈਰਾਂ ਤੇ ਖੜੇ ਹੋ, ਖੜੇ ਨਹੀਂ ਹੋਇਆ ਜਾਂਦਾ। ਇਹੀ ਗੱਲ ਵੀ ਇਹੋ ਗੱਲ ਬੀਜੇਪੀ ਨੂੰ ਵੀ ਸਾਫ਼-ਸਾਫ਼ ਪਤਾ ਲੱਗ ਗਿਆ। ਰਹੀ ਗੱਲ ਹੁਣ ਜਿਹੜੀ ਅੱਜ ਤੁਸੀਂ ਕਹਿੰਦੇ ਬਿਆਨ ਦੀ, ਉਹ ਇਸ ਤਰ੍ਹਾਂ ਕਿ ਜਿਹੜਾ ਨਵਾਂ ਮੌਲਵੀ ਕਨਵਰਟ ਹੁੰਦਾ ਨਾ, ਬੜੀ ਉੱਚੀ ਬਾਂਗ ਦਿੰਦਾ ਤਾਂ ਕਿ ਉਹਦੇ ਕ੍ਰੈਡੈਂਸ਼ੀਅਲਸ ਪ੍ਰੂਵ ਹੋ ਜਾਣ ਕਿ ਮੈਂ ਕਿਸੇ ਨਾਲੋਂ ਘੱਟ ਨਹੀਂ, ਭਾਵੇਂ ਲੇਟ ਆਇਆ ਆ। ਇਸ ਲਈ ਇਹ ਜਿਹੜੇ ਬੰਦੇ ਜਿਹੜੇ ਜ਼ਿਆਦਾ ਆਪਣੇ ਜ਼ੋਰ ਦੇ ਕੇ ਕਹਿੰਦੇ ਸਾਰਾ ਪੰਜਾਬ ਸਾਡੇ ਨਾਲ ਤੇ ਆਇਆ ਹੈ, ਉਹ ਇਨਰ ਜਿਹੜੀਆਂ ਆਪਣੀਆਂ ਖਲਾ ਹੁੰਦੀ ਆ, ਲੈਕ ਆਫ ਕੌਨਫੀਡੈਂਸ ਹੁੰਦਾ ਆ, ਉਸ ਨੂੰ ਪੂਰਨ ਲਈ ਇਸ ਕਿਸਮ ਨਾਲ ਗੱਲ ਕਹਿ ਰਹੇ ਆ। ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਕਿ ਜਿਹੜੀ ਪੁਰਾਣੀ ਲੀਡਰਸ਼ਿਪ ਆ ਬੀਜੇਪੀ ਦੀ, ਉਹ ਸਾਡੇ ਨਾਲ ਨਿਰਾਸ਼ ਆ, ਉਹਨਾਂ ਨੂੰ ਮੇਰਾ ਸਾਥ ਦੇਣਾ ਕਿ ਨਹੀਂ ਦੇਣਾ, ਤੇ ਜਿਹੜੇ ਮੇਰੇ ਆਪਣੇ ਸੀ ਉਹਨਾਂ ਦੇ ਤੇ ਕੀ ਦੇਣਾ, ਉਹ ਤੇ ਫਿਰ ਪਿਛਲਿਆਂ ਨਾਲ ਹੀ ਰਹਿ ਜਾਣਗੇ। ਇਸ ਲਈ ਉਹ ਜਦੋਂ ਇਸ ਤਰੀਕੇ ਨਾਲ ਕਹਿ ਰਹੇ ਆ ਵੱਡਾ ਚਿਹਰਾ ਕਰਕੇ, ਮੈਂ ਇੱਕੋ ਨਿੱਕੀ ਐਗਜ਼ਾਮਪਲ ਦੇ ਦੇਣਾ, ਕੈਟ ਫੈਮਿਲੀ ਜਦੋਂ ਵੀ ਲੜਦੀ ਆ ਤੁਸੀਂ ਦੇਖਿਆ ਪੂਛ ਤੇ ਵਾਲ ਖੜੇ ਕਰ ਲੈਂਦੀ, ਉਹਨੂੰ ਡਰ ਹੁੰਦਾ ਕਿ ਮੈਂ ਹੁਣ ਵੱਡਾ ਚਿਹਰਾ ਦਿਖਾਵਾਂ ਤੇ ਤਾਂ ਹੀ ਜਿੱਤੂਗੇ, ਉਹੋ ਜਿਹਾ ਚਿਹਰਾ ਹੈ। ਚਲੋ ਹਾਂ ਮਿਸਟਰ ਖੜਿਆਲ, 30 ਸੈਕਿੰਡ ਪਲੀਜ਼ ਜੀ ਧੰਨਵਾਦ। ਪਹਿਲਾਂ ਤਾਂ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਜਵਾਬ ਦੇ ਦਾਂ। ਇਹਨਾਂ ਨੇ ਗੱਲ ਕੀਤੀ ਸਿੱਖਾਂ ਦੀ
ਜੋ ਕਾਂਗਰਸ ਪਾਰਟੀ ਨਾਲ ਇਹਨਾਂ ਨੇ ਜੋੜ ਕੇ ਇੱਕ ਤੰਜ ਕਸਣ ਦੀ ਕੋਸ਼ਿਸ਼ ਕੀਤੀ। ਮੈਂ ਇਹਨਾਂ ਨੂੰ ਦੱਸਦਾ ਕਿ ਪਹਿਲਾਂ ਤਾਂ ਜਿਹੜੇ ਪਾਰਟੀ ਦੇ ਨਾਲ ਅਲਾਏ ਸੀਗੇ ਇਹ, ਉਹਨਾਂ ਦੇ ਪਾਰਟੀ ਦੇ ਲੀਡਰ ਅਡਵਾਨੀ ਸਾਹਿਬ ਦਾ ਕਹਿਣਾ ਹੈ ਕਿ ਉਹਨਾਂ ਨੇ ਕਾਂਗਰਸ ਨੂੰ ਮਜਬੂਰ ਕੀਤਾ ਸੀਗਾ ਉਦੋਂ ਬੈਕ ਇਨ ਦ ਡੇ। ਕਿਤਾਬ ਪੜ੍ਹ ਲਿਓ ਉਹਨਾਂ ਦੀ। ਦੂਜੀ ਗੱਲ, ਇਹ ਸ਼੍ਰੋਮਣੀ ਅਕਾਲੀ ਦਲ ਕੋਲੇ ਬੋਲਣ ਦਾ ਹੱਕ ਹੈ। ਜਿਹੜੀ ਪਾਰਟੀ ਦੇ ਰਾਜ ਦੇ ਵਿੱਚ ਪਹਿਲਾਂ ਤਾਂ ਬੇਅਦਬੀਆਂ ਹੋਈਆਂ, ਜਿਹੜੀ ਪਾਰਟੀ ਦੇ ਲੀਡਰਸ, ਸੀਨੀਅਰ ਲੀਡਰਸ ਗੋਲੀ ਕਾਂਡ ਦੇ ਵਿੱਚ ਚਲਾਨ ਹੋ ਗਏ, ਜਿਹੜੀ ਪਾਰਟੀ ਅੱਜ ਹਾਸ਼ੀਏ ਤੇ ਆ ਗਈ ਤੇ ਕਹਿ ਰਹੇ ਸਟੇਜ ਸਾਂਝੀ ਨਹੀਂ ਕਰਾਂਗੇ, ਤੇ ਫਿਰ ਅਜੀਤ ਦੇ ਪਲੇਟਫਾਰਮ ਤੇ ਨਾਲ ਖੜੇ ਕਿਉਂ ਹੋਏ? ਦੂਜਾ, ਜੇ ਕਹਿੰਦੇ ਹੈ ਕਿ ਉਦੋਂ ਮਸਲਾ ਸੀਗਾ ਮੀਡੀਆ ਦਾ ਸਪਰੈਸ਼ਨ, ਆਮ ਆਦਮੀ ਪਾਰਟੀ ਜਿਹੜਾ ਕਰ ਰਹੀ ਸੀਗੀ, ਤੇ ਅੱਜ ਵੀ ਤਾਂ ਬੀਜੇਪੀ ਦਾ ਸਪਰੈਸ਼ਨ ਹੀ ਮਸਲਾ ਹੈ। ਤਾਂ ਹੀ ਤਾਂ ਆਪੋਜੀਸ਼ਨ ਯੂਨਿਟੀ ਦੀ ਮੀਟ ਹੋਈ ਸੀਗੀ, 15+ ਪਾਰਟੀਆਂ ਆਈਆਂ ਸੀਗੀਆਂ। ਸਾਰਿਆਂ ਦੇ ਕੋਈ ਹੋਰ ਏਜੰਡਾ ਨਹੀਂ ਹੈ। ਏਜੰਡਾ ਇਹੀ ਹੈ ਕਿ ਭਾਰਤੀ ਜਨਤਾ ਪਾਰਟੀ ਦੇਸ਼ ਦੇ ਲੋਕਤੰਤਰ ਨੂੰ ਡੰਡਾ ਤੰਤਰ ਦੇ ਵਿੱਚ ਤਬਦੀਲ ਕਰ ਰਹੀ। ਅੱਜ ਇਹਨਾਂ ਨੇ ਕਲੀਅਰ ਕਰਤਾ ਕਿ ਇਹਨਾਂ ਲਈ ਉਹ ਮਸਲਾ ਹੈ ਹੀ ਨਹੀਂ ਹੈ। ਲਾਸਟ ਪੁਆਇੰਟ ਬੀਜੇਪੀ ਨੂੰ ਮੈਂ ਇੱਕ ਗੱਲ ਕਹੂੰਗਾ ਕਿ ਭਾਰਤੀ ਜਨਤਾ ਪਾਰਟੀ ਇੰਨੀ ਗੱਲ ਦੱਸ ਦੇ ਕਿ ਤੁਸੀਂ ਅਦਰਵਾਈਜ਼ ਨੈਤਿਕਤਾ ਦੀ ਗੱਲ ਕਰਦੇ ਹੁੰਦੇ ਹੋ, ਮੋਰੈਲਿਟੀ ਦੀ ਗੱਲ ਕਰਦੇ ਹੁੰਦੇ ਹੋ। ਇਹੀ ਜਾਖੜ ਸਾਹਿਬ ਨੇ ਜਿਹੜੇ ਤੁਹਾਨੂੰ ਕ੍ਰਿਟਿਸਾਈਜ਼ ਕਰ ਰਹੇ ਸੀ, ਤੁਹਾਡੀ ਆਲੋਚਨਾ ਕਰ ਰਹੇ ਸੀਗੇ ਕ੍ਰਿਸ਼ੀ ਕਾਨੂੰਨ ਵਾਲੇ। ਤੁਸੀਂ ਪੁੱਛਦੇ ਹੁੰਦੇ ਸੀਗੇ ਕਿ ਤੁਹਾਡੇ ਕਰਕੇ 700 ਕਿਸਾਨ ਸ਼ਹੀਦ ਹੋ ਗਏ, ਮੁਆਵਜ਼ਾ ਕਦੋਂ ਦੋਗੇ? ਤੁਸੀਂ ਇਹ ਜਿਹੜੇ ਵਾਅਦੇ ਕਰਕੇ ਘਰੇ ਭੇਜਿਆ ਕਿਸਾਨਾਂ ਨੂੰ ਕਦੋਂ ਪੂਰੇ ਕਰੋਗੇ? 6 ਵਾਅਦੇ। ਐਮਐਸਪੀ ਦੀ ਲੀਗਲ ਗਾਰੰਟੀ ਕਹਿੰਦੇ ਸੀ ਕਦੋਂ ਦੋਗੇ? 15 ਲੱਖ ਕਦੋਂ ਦੋਗੇ? 2 ਕਰੋੜ ਜੌਬਸ ਕਦੋਂ ਦੋਗੇ? ਡੀਜ਼ਲ ਪੈਟਰੋਲ ਦਾ ਰੇਟ ਕਦੋਂ ਵਧਾਓਗੇ? ਡਬਲ ਕਦੋਂ ਕਰੋਗੇ? ਤੁਹਾਡਾ ਪੁਆਇੰਟ ਆ ਗਿਆ ਸਰ, ਤੁਹਾਡਾ ਪੁਆਇੰਟ। ਸਾਰਾ ਸਟੈਂਡ ਬਦਲ ਗਿਆ। ਚਲੋ ਕਿੱਥੇ ਗਏ ਪ੍ਰਿੰਸੀਪਲ? ਤੁਹਾਡਾ ਪੁਆਇੰਟ ਆ ਗਿਆ। ਹਾਂ ਮਿਸਟਰ ਪੁੱਲਰ, ਆਪਣੀ ਗੱਲ ਪੂਰੀ ਕਰੋ ਫਟਾਫਟ ਪਲੀਜ਼। ਗੱਲ ਇਸ ਤਰ੍ਹਾਂ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਸਿਸਟਮ ਹੈਗਾ, ਮੈਂ ਕਿਉਂਕਿ ਅਸੀਂ ਰਹੇ ਹਾਂ ਉੱਥੇ, ਅਸੀਂ ਦੇਖਿਆ, ਅਸੀਂ ਕਈ ਪ੍ਰਧਾਨ ਜਾਂਦੇ ਦੇਖੇ, ਕਈ ਪ੍ਰਧਾਨ ਆਉਂਦੇ ਦੇਖੇ। ਹਮੇਸ਼ਾ ਇਹ ਹੁੰਦਾ ਹੈ ਕਿ ਸਟੇਜ ਦੇ ਉੱਤੇ ਜਦੋਂ ਨਵਾਂ ਪ੍ਰਧਾਨ ਨੇ ਟੇਕ ਓਵਰ ਕਰਨਾ ਹੈ ਤੇ ਪੁਰਾਣਾ ਪ੍ਰਧਾਨ ਆਪਣੀਆਂ ਪ੍ਰਾਪਤੀਆਂ ਦੱਸਦਾ ਹੈ। ਪ੍ਰਾਪਤੀਆਂ ਦੱਸਣ ਤੋਂ ਬਾਅਦ ਦੇ ਵਿੱਚ ਉਹ ਨਵੇਂ ਪ੍ਰਧਾਨ ਨੂੰ ਟੇਕ ਓਵਰ ਕਰਾਉਂਦਾ ਸਟੇਜ ਉੱਤੇ। ਤੇ ਉਹ ਅੱਜ ਉੱਥੇ ਵੇਖਣ ਨੂੰ ਨਹੀਂ ਸੀ। ਉਹ ਕਿਤੇ ਕਿ ਐਬਸੈਂਟ ਸੀ। ਮੈਂ ਤਾਂ ਹੀ ਤੁਹਾਨੂੰ ਪਹਿਲਾਂ ਇਸ਼ਾਰਾ ਕੀਤਾ ਕਿ ਜਾਖੜ ਸਾਹਿਬ ਨੂੰ ਉਦੋਂ ਪਤਾ ਲੱਗੇਗਾ ਜਿੱਦਣ ਉਹ ਗਰਾਊਂਡ ਲੈਵਲ ਤੇ ਜਾਣਗੇ। ਨਹੀਂ ਪੁੱਲਰ ਸਾਹਿਬ ਚਲੋ ਤੁਸੀਂ ਦੱਸਤੀ ਗੱਲ, ਪੁੱਲਰ ਸਾਹਿਬ ਤੁਸੀਂ ਦੱਸਤੀ ਗੱਲ, ਪ੍ਰਧਾਨ ਬਦਲਣ ਵੇਲੇ ਆ ਸਿਸਟਮ ਹੁੰਦਾ ਕਿ ਅਸ਼ਵਨੀ ਸ਼ਰਮਾ ਦੇ ਜਾਣ ਦਾ ਦੁੱਖ ਹੋ ਰਿਹਾ ਮਿਸਟਰ ਪੁੱਲਰ ਨੂੰ? ਸਾਨੂੰ ਕੋਈ ਗੱਲ ਦੁੱਖ ਹੈ, ਜਿਹਨੂੰ ਮਰਜ਼ੀ ਲੈ ਕੇ ਤੁਸੀਂ ਪੁੱਛ ਰਹੇ ਸੀ, ਤੁਹਾਡੀ ਗੱਲ ਦਾ ਜਵਾਬ ਦਿੱਤਾ ਮੈਂ। ਚਲੋ ਤੁਹਾਨੂੰ ਜਾਖੜ ਸਾਹਿਬ ਪਸੰਦ ਹੈ? ਤੁਹਾਨੂੰ ਜਾਖੜ ਸਾਹਿਬ ਪਸੰਦ ਹੈ ਜਾਂ ਨਹੀਂ ਪੁੱਲਰ ਸਾਹਿਬ? ਗੱਲ ਇਸ ਤਰ੍ਹਾਂ ਹੀ, ਇਹਦੇ ਬੀਜੇਪੀ ਦੇ ਵਰਕਰ ਦੇਖਣ ਉਹਨਾਂ ਨੂੰ ਪਸੰਦ ਕਿ ਨਹੀਂ ਪਸੰਦ। ਅੱਛਾ, ਨਹੀਂ ਤੁਸੀਂ ਜਾਖੜ ਸਾਹਿਬ ਦੇ ਹੁੰਦਿਆਂ ਬੀਜੇਪੀ ਨਾਲ ਸਾਂਝ ਪਾਉਣੀ ਜਾਂ ਨਹੀਂ? ਦੇਖੋ ਗੱਲ ਇਸ ਤਰ੍ਹਾਂ, ਅਸੀਂ ਬਾਰ-ਬਾਰ ਸਪਸ਼ਟ ਕਰ ਰਹੇ ਹਾਂ, ਸਾਡੇ ਪ੍ਰਧਾਨ ਨੇ ਵੀ ਸਪਸ਼ਟ ਕਰਤਾ, ਬਾਲ ਸਾਹਿਬ ਉਹਨਾਂ ਨੇ ਕਹਿਤਾ ਕਿ ਸਾਡਾ ਸਮਝੌਤਾ ਬੀਐਸਪੀ ਨਾਲ ਹੈ। ਚਲੋ ਸਿੰਡਰਮ ਇਹੀ ਕਹਾਣੀ ਹੈ। ਹਾਂ ਮਿਸਟਰ ਪਾਸੀ ਦੋਨੋਂ ਪਾਰਟੀਆਂ ਨੂੰ ਮੈਂ ਵਾਰ-ਵਾਰ ਘੁਮਾ ਫਿਰਾ ਕੇ ਬੜੇ ਸਵਾਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਸਾਰਿਆਂ ਨੇ ਮੈਨੂੰ ਘੁੰਮਣ ਘੇਰੀਆਂ 'ਚ ਪਾਇਆ ਹੋਇਆ। ਕੁਝ ਵੀ ਦੱਸਣ ਨੂੰ, ਕੋਈ ਵੀ ਪੱਤੇ ਖੋਲਣ ਨੂੰ ਤਿਆਰ ਨਹੀਂ। ਸਾਰੇ ਸਿੰਡਰਮ ਦੇ ਵਿਚਾਲੇ ਫਸਾ ਕੇ ਰੱਖਣਾ ਚਾਹੁੰਦੇ ਆ ਡਿਬੇਟ। ਮਿਸਟਰ ਪਾਸੀ ਦੇਖੋ, ਸਿੰਡਰਮ ਜਿਹੜਾ ਵਰਡ ਯੂਜ਼ ਕੀਤਾ ਸੁਨੀਲ ਜਾਖੜ ਜੀ ਨੇ, ਇਹ ਬਿਲਕੁਲ ਪਹਿਲਾਂ ਕਹਿ ਕੇ ਗਏ ਕਿ ਬੀਜੇਪੀ ਦੇ ਕਈ ਵਰਕਰਾਂ ਨੂੰ ਤਾਂ ਸਮਝ ਜਾਂ ਆਮ ਲੋਕਾਂ ਨੂੰ ਵੀ ਸਮਝ ਨਹੀਂ ਆਉਂਦੀ ਕਿ ਸਿੰਡਰਮ ਦਾ ਅਰਥ ਕੀ ਹੈ। ਉਹ ਇਹ ਕਹਿਣਾ ਚਾਹ ਰਹੇ ਸੀ ਕਿ ਇਸ ਮਨੋਵ੍ਰਿੱਤੀ ਤੋਂ ਨਿਕਲੋ, ਉਹ ਕਹਿਣਾ ਚਾਹ ਰਹੇ ਸੀ, ਪਰ ਪਤਾ ਉਹਨਾਂ ਨੂੰ ਵੀ ਹੈ ਕਿ ਉਹ ਵੀ ਇਸ ਵਿੱਚ ਫਸ ਚੁੱਕੇ ਆ। ਕਿਉਂਕਿ ਅਗਰ ਅਸ਼ਵਨੀ ਸ਼ਰਮਾ ਜੀ ਅੱਜ ਉਹਨਾਂ ਦੇ ਪ੍ਰਧਾਨ ਬਣਨ ਤੇ ਨਹੀਂ ਆਏ, ਤਾਂ ਜਦੋਂ ਹਰਿਮੰਦਰ ਸਾਹਿਬ ਮੱਥਾ ਟੇਕਣ ਗਏ ਸੀ ਸੁਨੀਲ ਜਾਖੜ ਜੀ, ਉਦੋਂ ਵੀ ਅਸ਼ਵਨੀ ਸ਼ਰਮਾ ਜੀ ਨਾਲ ਨਹੀਂ ਸੀ। ਔਰ ਅੱਜ ਬੀਜੇਪੀ ਦੀ ਪੁਰਾਣੀ ਲੀਡਰਸ਼ਿਪ ਚੋਂ ਬਹੁਤ ਨਾਮੀ ਚਿਹਰੇ ਵੀ ਗਾਇਬ ਸੀ। ਇੱਥੋਂ ਤੱਕ ਕਿ ਨਵਿਆਂ ਚੋਂ ਕੈਪਟਨ ਅਮਰਿੰਦਰ ਸਿੰਘ ਤੇ ਮਨਪ੍ਰੀਤ ਬਾਦਲ ਵੀ ਗਾਇਬ ਸੀ। ਸੋ ਜਿਹੜਾ ਇਹ ਸੁਪਨਾ ਲੈ ਰਹੇ ਸੀ ਨਾ ਜੀ, ਉਹ ਅੱਜ ਹੀ ਵੈਸੇ ਤਾਂ ਪਤਾ ਲੱਗ ਗਿਆ ਕਿ ਬੀਜੇਪੀ ਦੇ ਵਿੱਚ ਇਹ ਜਿਹੜੇ ਜਾਖੜ ਸਾਹਿਬ ਦੇ ਦਿਨ ਹੈ ਕੋਈ ਬਹੁਤੇ ਅੱਛੇ ਨਹੀਂ। ਔਰ ਬੀਜੇਪੀ ਜਿਹੜੀ ਕਹਿ ਰਹੀ ਹੈ ਮੈਂ ਸਭ ਤੋਂ ਵੱਡੀ ਪਾਰਟੀ ਹਾਂ, ਅਗਰ ਮੈਂ ਦਿਖਾ ਦਾਂ ਸਿੱਕਮ 'ਚ ਇਹਨਾਂ ਕੋਲ 0 ਸੀਟ ਹੈ, ਮਿਜ਼ੋਰਮ 'ਚ 0 ਹੈ, ਤਾਮਿਲਨਾਡੂ 'ਚ 0 ਹੈ, ਆਂਧਰਾ 'ਚ 175 ਚੋਂ 4 ਹੈ। ਅਗਰ ਮੈਂ ਡਿਟੇਲ ਦੇਣ ਤੇ ਆ ਜਾ, ਕੇਰਲਾ 'ਚ 140 ਚੋਂ 1 ਹੈ। ਸਰ ਵੱਡੀ ਪਾਰਟੀ ਸੱਤਾ ਦੇ ਹਿਸਾਬ ਨਾਲ ਥੋੜੀ ਕਹਿ ਰਹੇ, ਉਹਨਾਂ ਨੂੰ ਪਤਾ ਸੱਤਾ ਹੁਣ ਜਾ ਰਹੀ ਹੈ ਉਹਨਾਂ ਕੋਲ, ਉਹਨੂੰ ਪਤਾ, ਉਹਨਾਂ ਨੂੰ ਉਹ ਤਾਂ ਮੈਂਬਰਸ਼ਿਪ ਦੇ ਹਿਸਾਬ ਨਾਲ ਕਹਿ ਰਹੇ ਆ ਵੱਡੀ ਪਾਰਟੀ ਹੈ। ਮੈਂਬਰਸ਼ਿਪ ਤਾਂ ਜੀ ਕਿਸੇ ਦੇ ਵੀ ਫੋਨ ਤੋਂ ਇਹਨਾਂ ਨੇ ਫੋਨ ਦੀ ਮੈਂਬਰਸ਼ਿਪ ਦਾ ਕ੍ਰਾਈਟੇਰੀਆ ਕਿਸੇ ਜਰਾ ਤੁਸੀਂ ਯਾਦ ਕਰਿਓ, ਮਿਸ ਕਾਲ ਦੇ ਦਿਓ ਉਹ ਮੈਂਬਰ ਬਣ ਸਰ। ਤੁਸੀਂ ਨਹੀਂ ਮਿਸ ਕਾਲ ਮਰਵਾਈਆਂ ਪਾਸੀ ਸਾਹਿਬ, ਤੁਸੀਂ ਨਹੀਂ ਮਿਸ ਕਾਲ ਮਰਵਾਈਆਂ, ਤੁਸੀਂ ਨਹੀਂ ਮਿਸ ਕਾਲ ਮਰਵਾਈਆਂ। ਡਿਟੇਲ ਲਿੱਤੀ ਗਈ ਹੈ ਉਸ ਤੋਂ ਬਾਅਦ। ਚਲੋ ਇੱਕ ਮਿੰਟ ਮਿਸਟਰ ਪ੍ਰਸਮ ਜੀ ਸੇ ਇੱਕ ਮਿੰਟ ਪਾਸੀ ਸਾਹਿਬ ਡਿਟੇਲ ਨਸ਼ਰ ਹੋ ਸਕਦੀ ਹੈ ਜਿਹੜੇ ਸੀਐਮ ਦੇ ਲਈ ਤੁਸੀਂ ਫੋਨ ਕਾਲ ਕਰਵਾਏ ਸੀ, ਉਹਦੀ ਡਿਟੇਲ ਨਸ਼ਰ ਹੋ ਸਕਦੀ ਸਰ?
ਬਿਲਕੁਲ ਕਿਸੇ ਦਿਨ ਰੱਖੋਗੇ, ਤੁਹਾਨੂੰ ਡਿਟੇਲ ਵੀ ਨਸ਼ਰ ਹੋ ਜਾਏਗੀ। चलो लेके आइयो सर। ਜੇ ਅੱਜ ਕਹਿੰਦੇ ਆਪਾਂ ਲੈ ਕੇ ਆਂਦੇ। चलो मैं आ रहा चन्नी साहब आ रहे हैं, एक छोटा ब्रेक लूंगा, ब्रेक तो वापस आऊंगा। बड़े सारे सवाल है छोटे भरा वाले सिंड्रम ਤੇ ਪੇਚ ਫਸਿਆ ਹੋਇਆ, ਇਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ, ਬਿਟਵੀਨ ਦ ਲਾਈਨ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਵਾਪਸ ਆ ਰਹੇ ਹਾਂ। ਮੁੜ ਤੋਂ ਤੁਹਾਡਾ ਸਵਾਗਤ ਹੈ। ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਸੁਨੀਲ ਜਾਖੜ ਨੇ ਮਾਈਨਰ ਪਾਰਟਨਰ ਸਿੰਡਰਮ ਤੇ ਕੀ ਸੁਨੇਹਾ ਦਿੱਤਾ ਹੈ? हाँ चन्नी साहब की कहना चाह रहे हैं, बोलो सर, 30 सेकंड प्लीज। ਗੱਲ ਇਹ ਹੈਗੀ ਹੈ, ਮੈਂ ਪਹਿਲਾਂ ਤਾਂ ਹਰਸ਼ਪ੍ਰੀਤ ਬੜੇ ਸਿਆਣੇ ਸੁਲਝੇ ਬੰਦੇ ਨੇ, ਇਹ ਕਹਿ ਰਹੇ ਜੀ ਕਿ ਅਕਾਲੀ ਦਲ ਉੱਥੇ ਕਿਉਂ ਗਿਆ, ਇੱਥੇ ਕਿਉਂ ਗਿਆ। ਜਿਹੜਾ ਪਾਰਲੀਮੈਂਟ ਦਾ ਫੰਕਸ਼ਨ ਸੀਗਾ ਉਹ ਕੋਈ ਭਾਰਤੀ ਜਨਤਾ ਪਾਰਟੀ ਦਾ ਫੰਕਸ਼ਨ ਸੀ, ਜਾਂ ਜਿਹੜਾ ਅਜੀਤ ਵਾਲਾ ਫੰਕਸ਼ਨ ਸੀ ਕਿ ਉਹ ਕਾਂਗਰਸ ਦਾ ਫੰਕਸ਼ਨ ਸੀ? ਇਹ ਨਹੀਂ ਹੈਗਾ। ਦੂਜੀ ਗੱਲ ਕਿ ਕਹਿੰਦਾ ਛੱਜ ਦਾ ਬੋਲੇ ਸ਼ਾਨੀ ਕੀ ਬੋਲੇ, ਇਹ ਪਾਸੀ ਸਾਹਿਬ ਕਿਹੜੀਆਂ ਗੱਲਾਂ ਕਰਦੇ ਨੇ? ਇਹ ਇਹਨਾਂ ਦੀ ਕਿਹੜੀ ਪਾਰਟੀ ਹੈ, ਕਿਹੜੀ ਇਹਨਾਂ ਦੀ ਵਿਚਾਰਧਾਰਾ, ਕਿਹੜੀ ਇਹਨਾਂ ਦੀ ਫਿਲਾਸਫੀ ਹੈ, ਕਿਹੜੀ ਇਹਨਾਂ ਦੀ ਥਿਊਰੀ ਹੈ? ਇਹ ਤਾਂ ਹੀ ਲੈਕਾਰੀ ਪਟੇਲ ਆ ਗਿਆ, ਉਹ ਆ ਗਿਆ ਪਹਿਲਾਂ ਦੱਸ ਦੇ ਇਹਨਾਂ ਦਾ ਵਰਕ ਕਿਹੜਾ ਹੈ, ਇਹਨਾਂ ਦਾ ਜ਼ਿਲ੍ਹਾ ਪ੍ਰਧਾਨ ਕਿਹੜਾ, ਬਲਾਕ ਪ੍ਰਧਾਨ ਕਿਹੜਾ। ਇਹ ਤਾਂ ਆਪਣੇ ਮੈਡਮ ਗਈ ਸੀਗੀ ਅਨੁਭਵ ਉੱਥੇ ਉਸਪਰ, ਤੇ ਉਹ ਕਹਿੰਦੀ ਲੋਕਲ ਨੂੰ ਬੁਲਾਓ, ਲੋਕਲ ਐਮਐਲਏ। ਉਹ ਕਹਿੰਦਾ ਮਹਾਰਾਜ ਮੈਂ ਲੋਕਲ ਐਮਐਲਏ ਆਖਦਾ ਪਛਾਣ ਲਓ। ਆਪ ਪਤਾ ਹਾਲ ਹੈ। चलो ठीक ठीक ठीक, मैं चन्नी साहब लास्ट एक मिनट थोड़ा एक होर ले लूंगा। हाँ भाई साहब बोलो फटाफट, 30 सेकंड है प्लीज। ਮੈਂ ਇਹਨਾਂ ਨੂੰ ਦੱਸਣਾ ਚਾਹ ਰਿਹਾ ਕਿ ਸਾਡੀ ਪਾਰਟੀ ਦੀ ਵਿਚਾਰਧਾਰਾ ਤੁਹਾਡੇ ਵਾਂਗੂ ਨਹੀਂ ਹੈ ਪੋਲਰਾਈਜੇਸ਼ਨ ਦੀ, ਧਰਮ ਦੀ ਰਾਜਨੀਤੀ ਕਰਨੀ ਦੀ। ਜਿਹੜੀ ਤੁਸੀਂ ਪਾਰਲੀਮੈਂਟ ਦੀ ਗੱਲ ਕਰਕੇ ਗਏ ਹੋ, ਉਹਦੇ ਵਿੱਚ ਰਾਸ਼ਟਰਪਤੀ ਪਾਰਲੀਮੈਂਟ ਦਾ ਸਭ ਤੋਂ ਅਹਿਮ ਹਿੱਸਾ ਹੁੰਦੇ ਆ। ਇੱਕ ਮਿੰਟ ਬੋਲੋ ਸਰ, ਤੁਸੀਂ ਬੁਲਾਇਆ ਤੱਕ ਨਹੀਂ। ਰਾਸ਼ਟਰਪਤੀ ਦਾ ਅਹਿਮ ਹਿੱਸਾ ਹੁੰਦੇ ਆ ਪਾਰਲੀਮੈਂਟ ਦੇ ਵਿੱਚ। ਰਾਸ਼ਟਰਪਤੀ, ਲੋਕ ਸਭਾ, ਰਾਜ ਸਭਾ, 3 ਹਿੱਸੇ ਹੁੰਦੇ ਆ। ਔਰ ਤੁਹਾਡੀ ਵਿਚਾਰਧਾਰਾ ਤੋਂ ਤਾਂ ਅੱਜ ਤੱਕ ਹੀ ਲਿਆ ਕਿ ਪੋਲਰਾਈਜੇਸ਼ਨ ਤੋਂ ਸਿਵਾਏ ਤੁਹਾਡੀ ਕੋਈ ਵਿਚਾਰਧਾਰਾ ਨਹੀਂ। ਪਾਸੀ ਸਾਹਿਬ ਇਹ ਹਿੰਦੂਆਂ ਦੀ ਅਧਿਆਤਮਿਕ ਰਾਜਧਾਨੀ ਬਣਾਵਾਂਗੇ ਸਰ, ਇਹ ਬਿਆਨ ਕਹਿੰਦਾ ਸੀਗਾ। ਜਿਹੜੀ ਕੇਪੀ ਜੀ ਅਸੀਂ ਨਾਲ ਦੀ ਨਾਲ ਬਾਕੀ ਘੱਟ ਕੀਮਤੀਆਂ ਦੀ ਵੀ ਆਵਾਜ਼ ਚੱਕੀ ਹੈ। ਅਸੀਂ ਕਦੇ ਇਹ ਨਹੀਂ ਕਿਹਾ ਕਿ ਸਿਰਫ ਇੱਕ ਧਰਮ ਦੀ ਰਾਜਨੀਤੀ ਕਰਨੀ ਹੈ। ਇੱਥੇ ਤਾਂ ਜਿਹੜਾ ਸੁਨੀਲ ਜਾਖੜ ਜੀ ਨੂੰ ਵੀ ਇਹ ਚਿਹਰਾ ਪੇਸ਼ ਕਰ ਰਿਹਾ, ਇਸ ਲਾਲਚ ਦੇ ਵਿੱਚ ਕੀਤਾ ਕਿ ਸ਼ਾਇਦ ਕਾਂਗਰਸ ਦੇ ਵਿੱਚ ਹੋਰ ਟੁੱਟਪਨ ਕਰ ਸਕਣ ਇਹ। ਅਦਰਵਾਈਜ਼ ਇਹਨਾਂ ਨੂੰ ਵੀ ਪਤਾ ਕਿ ਨਾ ਸੁਨੀਲ ਜਾਖੜ ਜੀ ਜਿਹੜੇ ਸਿੰਡਰਮ ਦੀ ਗੱਲ ਕਰ ਰਹੇ ਆ ਐਕਸੈਪਟੇਬਲ ਹੈ ਬੀਜੇਪੀ ਨੂੰ। ਅੱਜ ਵੀ ਬੀਜੇਪੀ ਦਾ ਪੁਰਾਣਾ ਵਰਕਰ ਪਰਦੇ ਪਿੱਛੇ ਮੂੰਹ ਕਰਕੇ ਰੋ ਰਿਹਾ ਹੈ। ਇਹ ਕੀ ਹੋ ਰਿਹਾ ਹੈ ਸਾਡੇ ਨਾਲ? ਠੀਕ ਹੈ। ਹਾਂ ਪ੍ਰਸਮਜੀਤ ਸਿੰਘ। ਉਹ ਕੋਈ ਇਹਨਾਂ ਦੀ ਆਈਡੀਓਲੋਜੀ ਨਹੀਂ ਹੈ, ਬਿਲਕੁਲ ਆਰਐਸਐਸ ਦੀ ਆਈਡੀਓਲੋਜੀ, ਆਮ ਆਦਮੀ ਪਾਰਟੀ ਦੀ। ਇਹਦੇ 'ਚ ਕੋਈ ਦੋ ਰਾਏ ਕਿਸੇ ਨੂੰ ਹੋਣੀ ਨਹੀਂ ਚਾਹੀਦੀ। ਮੈਂ ਕਿਉਂ ਕਹਿ ਰਿਹਾ, ਮੇਰੇ ਕੋਲ ਇੱਕੋ ਹੀ ਆਰਗੂਮੈਂਟ ਆ, ਉਹ ਇਹ ਕਿ ਆਪਣੀ ਸਰਕਾਰ ਦੇ ਆਰਡੀਨੈਂਸ ਨੂੰ ਤੇ ਕਦੀ ਸੁਪਰੀਮ ਕੋਰਟ ਭੱਜਦੇ ਆ ਤੇ ਕਦੀ ਸਾਰੇ ਦੇਸ਼ 'ਚ ਭਗਵੰਤ ਮਾਨ ਦਾ ਜਹਾਜ਼ ਘੁਮਾਤਾ ਇਹਨਾਂ ਨੇ ਕਿ ਹਾਏ ਆਰਡੀਨੈਂਸ, ਹਾਏ ਆਰਡੀਨੈਂਸ, ਸਾਨੂੰ ਉੱਥੇ ਰਾਜ ਸਭਾ 'ਚ ਪਾਇਓ ਵੋਟਾਂ। ਤੇ ਜਦੋਂ ਧਾਰਾ 370 ਹਟੀ ਦੇ ਕਿੱਥੇ ਖੜੇ ਸੀਗੇ ਤੁਸੀਂ? ਇਹ ਕਿਉਂ ਨਹੀਂ ਇਸ ਗੱਲ ਦਾ ਜਵਾਬ ਦਿੰਦੇ? ਜਵਾਬ ਦੇ ਕੇ ਜਾਓ ਅੱਜ ਕਿ ਤੁਸੀਂ ਕਸ਼ਮੀਰ ਦੀ ਜਦੋਂ ਉਹਨੂੰ ਸਟੇਟਹੁੱਡ ਤੋਂ ਇੱਕ ਯੂਨੀਅਨ ਟੈਰੀਟਰੀ ਬਣਾਈ, ਉਦੋਂ ਤਾਂ ਤੁਸੀਂ ਉੱਥੇ ਵੋਟਾਂ ਪਾਉਣ ਵਾਲੇ ਨਾਲ ਸੀਗੇ ਉਹਨਾਂ ਦੇ। ਤੁਹਾਡੀ ਕਿਹੜੀ ਵਿਚਾਰਧਾਰਾ ਪਈ ਮੈਨੂੰ ਦੱਸੋ। ਪ੍ਰੋਫੈਸਰ ਮਨਜੀਤ ਸਿੰਘ ਜੀ, ਮੈਂ ਚਾਹੂੰਗਾ ਤੁਹਾਡੇ ਨਾਲ ਇੱਕ ਦਿਨ 370 ਤੇ ਖੁੱਲ ਕੇ ਡਿਬੇਟ ਹੋ ਜੇ। 370 ਦੇ ਜਿਹੜੇ ਗਲਤ ਪ੍ਰਾਵਧਾਨ ਸੀ ਉਹਨਾਂ ਦੇ ਉੱਤੇ ਅਸੀਂ ਪੁਆਇੰਟ ਆਊਟ ਕੀਤਾ ਸੀ। ਰੋਸ਼ਨੀ ਐਕਟ ਲਾਗੂ ਕਰਕੇ ਜਿਹੜਾ ਉੱਥੇ ਕਸ਼ਮੀਰੀ ਪੰਡਤਾਂ ਦੇ ਨਾਲ ਅਤਿਆਚਾਰ ਹੋਇਆ, ਅੱਜ ਤੱਕ ਮੈਂ ਪ੍ਰੋਫੈਸਰ ਮਨਜੀਤ ਸਿੰਘ ਜੀ ਦੇ ਜ਼ੁਬਾਨ ਤੋਂ ਇੱਕ ਵੀ ਲਫ਼ਜ਼ ਨਹੀਂ ਸੁਣਿਆ ਕਿ ਉੱਥੇ ਜਿਹੜਾ ਮਿਸਯੂਜ਼ ਹੋਇਆ 370 ਦਾ, ਉਹਦੇ ਖਿਲਾਫ ਅੱਜ ਤੱਕ। ਚਲੋ ਤੁਹਾਡਾ ਜਵਾਬ ਆ ਗਿਆ। ਪਾਸੀ ਸਾਹਿਬ ਤੁਹਾਡਾ ਜਵਾਬ, ਬਹੁਤ ਸਟੇਟਮੈਂਟਸ ਦੇਖੀਆਂ। ਚਲੋ ਪਾਸੀ ਸਾਹਿਬ ਤੁਸੀਂ ਸਿਰਫ ਔਰ ਸਿਰਫ ਇੱਕ ਮਿੰਟ ਕੇਪੀ ਜੀ ਮੈਨੂੰ ਕੰਪਲੀਟ ਕਰਨ ਦਿਓ। 370 ਦੇ एक मिनट प्रेसर रोजो, प्रेसर रोजो, प्रेसर थोड़ा सवाल आ गया। प्रेसर ਤੁਸੀਂ ਸੀਨੀਅਰ प्रेसर रोक दो हुन प्लीज। सिर्फ अपनी लड़ाई लड़ रहे। चलो एक मिनट प्लीज प्रेसर मजीद सिंह मिस्टर पासी हो रोक दो सर। ਤੁਹਾਡੇ ਦੋਨਾਂ ਦੇ ਸਵਾਲ ਜਵਾਬ ਆ ਗਏ ਸਰ। ਤੁਹਾਡੇ ਦੋਨਾਂ ਦੇ ਸਵਾਲ ਜਵਾਬ ਆ ਗਏ ਸਰ। ਤੁਹਾਡੇ ਕੇਪੀ ਜੀ ਮੈਨੂੰ ਕਲੀਨ ਐਕਸਪਲੇਨ ਕਰਨ ਦਿਓ। ਸਰ ਐਕਸਪਲੇਨ ਕਰਨਾ ਫਿਰ ਵੱਖਰੀ ਡਿਬੇਟ ਰੱਖ ਲੈਣਾ ਨਾ ਸਰ। ਐਕਸਪਲੇਨ ਕਰਨਾ ਤਾਂ ਹੈ ਕਿ प्रेसर मजीद सिंह मिनट रोजो प्लीज। एक मिनट पासी ਸਾਹਿਬ ਇੱਕ ਮਿੰਟ। ਪਾਸੀ ਸਾਹਿਬ ਜੇ ਤੁਸੀਂ ਚਾਹੁੰਦੇ ਹੋ ਸਰ ਵੱਖਰੀ ਡਿਬੇਟ ਹੋਣੀ ਚਾਹੀਦੀ ਹੈ, ਜੇ ਤੁਸੀਂ ਅਲਾਉ ਕਰਦੇ ਹੋ ਸਰ ਵੀ ਕੱਲ ਨੂੰ ਇਹ ਡਿਬੇਟ ਰੱਖੀ ਜਾਵੇ ਸਰ, ਜੇ ਤੁਸੀਂ ਆਉਣਾ ਚਾਹੁੰਦੇ ਹੋ ਮੈਂ ਡਿਬੇਟ ਰੱਖ ਲੈਣਾ, ਹੁਣੇ ਕਹਿ ਰਿਹਾ ਸਰ। ਮੈਂ
ਬੋਲੋ। ਮੈਂ ਕੇਪੀ ਜੀ ਬਿਲਕੁਲ ਮੈਂ ਚਾਹੂੰਗਾ ਤੁਸੀਂ ਇੱਕ ਵਾਰੀ ਇਹ ਡਿਬੇਟ ਦਾ ਟੌਪਿਕ ਪਾਰਟੀ ਨੂੰ Sir, ਭੇਜੋ, ਅਗਰ ਪਾਰਟੀ ਮੇਰੀ ਸਰ ਡਿਊਟੀ ਫਿਰ ਲਗਾਏਗੀ ਗੱਲ ਤਾਂ ਹੋਈ ਹੈ ਨਾ, ਗੱਲ ਤਾਂ ਹੋਈ ਹੈ ਨਾ ਸਰ, ਬਿਲਕੁਲ, ਗੱਲ ਤਾਂ ਹੋਈ ਹੈ ਨਾ। KP ਤੁਸੀਂ KP ਇੱਕ ਮਿੰਟ ਪ੍ਰੋਫੈਸਰ ਮਨਜੀਤ ਸਿੰਘ, ਇੱਕ ਮਿੰਟ ਰੁਕ ਜਾਓ, ਪਾਸੀ ਸਾਹਿਬ ਇੱਕ ਮਿੰਟ ਖਾਸ ਪਾਰਟਿਕੂਲਰ ਪਾਰਟੀ ਦੇ ਨਾਲ ਸੀ। ਚਲੋ ਇੱਕ ਤੁਸੀਂ ਵੀ ਮਿੰਟ, ਪ੍ਰੋਫੈਸਰ ਚਲੋ ਇੱਕ ਮਿੰਟ ਰੁਕ ਜਾਓ ਹੁਣ, ਇੱਕ ਮਿੰਟ ਰੁਕ ਜਾਓ ਹੁਣ, ਇੱਕ ਮਿੰਟ ਰੁਕ ਜਾਓ ਸਰ, ਇੱਕ ਮਿੰਟ ਰੁਕ ਜਾਓ ਸਰ, ਮੈਨੂੰ ਇੱਕ ਮਿੰਟ ਸਰ ਰੁਕ ਜਾਓ, ਇੱਕ ਮਿੰਟ ਪ੍ਰੋਫੈਸਰ ਪਾਸੀ ਸਾਹਿਬ ਰੁਕ ਜਾਓ, ਪਾਸੀ ਸਾਹਿਬ ਰੁਕ ਜਾਓ, ਪ੍ਰੋਫੈਸਰ ਮਨਜੀਤ ਸਿੰਘ ਰੁਕ ਜਾਓ ਸਰ, ਰਾਜ ਬਹਾਲੀ ਦੀ ਗੱਲ ਇੱਕ ਮਿੰਟ ਸਰ, ਇੱਕ ਮਿੰਟ ਪਲੀਜ਼, ਪਾਸੀ ਸਾਹਿਬ ਆਪਾਂ ਕੀ ਕਰ ਰਹੇ ਹਾਂ ਸਰ, ਇਦਾਂ ਡਿਬੇਟ ਚੱਲਦੀ ਸਰ, ਪਲੀਜ਼ ਰੁਕ ਜਾਓ। ਮੈਂ ਪਹਿਲਾਂ ਹੀ ਇਸੇ ਲਈ ਓਪਨਲੀ ਮੈਂ ਇਸ ਮੰਚ ਤੋਂ ਕਹਿ ਦਿੱਤਾ ਕਿ ਧਾਰਾ 370 ਦੀ ਡਿਬੇਟ ਚਾਹੁੰਦੇ ਹੋ ਤਾਂ ਮੈਂ ਕਰਨ ਨੂੰ ਤਿਆਰ ਹਾਂ। ਸੁਪਰੀਮ ਕੋਰਟ ਵਿੱਚ ਵੀ ਸੁਣਵਾਈ ਇਹਦੀ ਹੋਣੀ ਹੈ। 5 ਅਗਸਤ 2019 ਨੂੰ ਇਹ ਫੈਸਲਾ ਲਾਗੂ ਹੋਇਆ ਸੀਗਾ, 2 ਅਗਸਤ ਤੋਂ ਸੁਣਵਾਈ ਸ਼ੁਰੂ ਹੋਣ ਜਾ ਰਹੀ ਹੈ। ਜਿਹੜੇ ਵੀ ਕਹਿੰਦੇ ਆ ਵੀ ਡਿਬੇਟ ਇਹਨਾਂ ਤੇ ਹੋਣੀ ਚਾਹੀਦੀ ਹੈ, ਮੈਂ ਰੈਡੀ ਹਾਂ, ਤੁਸੀਂ ਆਪਦੀਆਂ ਦੀਆਂ ਪਾਰਟੀਆਂ ਨੂੰ ਪੁੱਛ ਲਿਓ। ਭੁੱਲਰ ਸਾਹਿਬ ਧਾਰਾ 370 ਤੇ ਡਿਬੇਟ ਚਾਹੁੰਦੇ ਹੋ ਸਰ ਜਾਂ ਨਹੀਂ? ਕਰ ਲਾਂਗੇ, ਚੱਕਰ ਨਹੀਂ, ਸਾਨੂੰ ਕੋਈ ਪ੍ਰੋਬਲਮ ਨਹੀਂ। ਅੱਛਾ, ਅਕਾਲੀ ਦਲ ਨੂੰ ਕੋਈ ਰਿਗਰੈਟ ਤਾਂ ਨਹੀਂਗਾ ਵੀ ਧਾਰਾ 370 ਤੇ ਉਹਨਾਂ ਨੇ ਸਪੋਰਟ ਕੀਤਾ ਉਦੋਂ? ਤੁਸੀਂ ਡਿਬੇਟ ਕਰੋ, ਜਵਾਬ ਦੇਵਾਂਗੇ। ਚਲੋ ਅੱਜ ਤਾਂ ਕੋਈ ਰਿਗਰੈਟ ਨਹੀਂ ਬੀਜੇਪੀ ਨਾਲ, ਫਿਰ ਕੀ ਹੋ ਗਿਆ ਜੇ ਧਾਰਾ 370 ਤੇ ਉਹਨਾਂ ਨੇ ਫੈਸਲਾ? ਮੈਂ ਕਿਹਾ ਜੀ ਤੁਸੀਂ ਡਿਬੇਟ ਕਰੋ, ਉਸ ਨੂੰ ਜਵਾਬ ਦੇਵਾਂਗੇ। ਅੱਜ ਚਲੋ। ਮੁੱਦਾ ਇਹ ਨਹੀਂ ਹੈ। ਚਲੋ ਠੀਕ ਘੱਟ ਗਿਣਤੀਆਂ ਦੀ ਰਾਖੀ ਹੈ ਬੀਜੇਪੀ। ਭੁੱਲਰ ਸਾਹਿਬ ਮੈਂ ਜਿਹੜੀ ਗੱਲ ਕਹੀ ਹੈ ਕਿ ਅੱਜ ਮੁੱਦਾ ਇਹ ਨਹੀਂ ਹੈ, ਜਦੋਂ ਇਸ ਮੁੱਦੇ ਤੇ ਸਰ ਮੁੱਦਾ ਅਲਾਈਅੰਸ ਤੇ ਕਰ ਰਹੇ ਨਾ ਸਰ, ਗੱਠਜੋੜ ਤੇ ਕਰ ਰਹੇ ਨਾ, ਗੱਠਜੋੜ ਤੇ ਅਕਾਲੀ ਦਲ ਹਮੇਸ਼ਾ ਕਹਿੰਦਾ ਹੈ ਕਿ ਅਸੀਂ ਸਿੱਖਾਂ ਦੀ ਨੁਮਾਇੰਦਾ ਜਮਾਤ ਹੈ, ਘੱਟ ਗਿਣਤੀ ਦੀ ਰਾਖੀ ਹੈ ਬੀਜੇਪੀ। ਸਰ ਦੱਸ ਦਿਓ। ਅਸੀਂ ਤਾਂ ਨਹੀਂ ਕਰ ਰਹੇ, ਅਸੀਂ ਤਾਂ ਗੱਠਜੋੜ ਕੋਈ ਨਹੀਂ ਕਰ ਰਹੇ। ਚਲੋ ਫਿਰ ਅਸੀਂ ਕਿਹਾ ਹੀ ਗੱਠਜੋੜ ਕਰ ਰਹੇ ਹਾਂ। ਮੈਂ ਤਾਂ ਕਹਿ ਨਹੀਂ ਰਿਹਾ, ਸੋ ਤੁਸੀਂ ਕਹਿ ਰਹੇ ਹੋ, ਮੈਂ ਤਾਂ ਕਹਿ ਨਹੀਂ ਰਿਹਾ। ਭੁੱਲਰ ਸਾਹਿਬ ਮੈਂ ਤਾਂ ਇੱਕ ਸਿੰਪਲ ਸਵਾਲ ਕਰ ਰਿਹਾ ਕਿ ਘੱਟ ਗਿਣਤੀਆਂ ਦੀ ਰਖਵਾਲੀ ਕਰਦੀ ਹੈ ਬੀਜੇਪੀ ਜਾਂ ਨਹੀਂ ਸਰ? ਭੁੱਲਰ ਸਾਹਿਬ ਮੈਂ ਸਿੱਧੀ ਜੀ ਗੱਲ ਕਹੀ ਕਿ ਤੁਸੀਂ ਕੱਲ ਡਿਬੇਟ ਰੱਖ ਲਓ, ਕੱਲ ਆ ਕੇ ਸਾਰੇ ਜਵਾਬ ਚਲੋ। ਦੇਣਗੇ। ਅੱਜ ਮੁੱਦਾ ਚਲੋ ਦਰਵਾਜ਼ੇ ਖੁੱਲੇ ਹੋਏ ਠੀਕ, ਦਰਵਾਜ਼ੇ ਖੁੱਲੇ ਹੋਏ। ਮਿਸਟਰ ਖੜਿਆਲ 30 ਸੈਕਿੰਡ ਹੈ। ਮਿਸਟਰ ਖੜਿਆਲ, ਇਹ ਸਿੰਡਰਮ ਤੋਂ ਕੀ ਸਮਝ ਆਉਂਦਾ ਸਰ? ਦੇਖੋ ਸਿੰਡਰੋਮ ਤੋਂ ਤਾਂ ਹੁਣ ਜਾਖੜ ਸਾਹਿਬ ਹੀ ਦੱਸ ਸਕਦੇ ਕੀ ਸਮਝ ਆਉਂਦਾ ਜੀ। ਹਾਂ। ਅਸੀਂ ਤਾਂ ਤੁਹਾਨੂੰ ਇਹ ਦੱਸ ਸਕਦੇ ਹਾਂ ਕਿ ਨਾ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾ ਟਾਈਮ ਵੇਸਟ ਕੀਤਾ ਬੀਜੇਪੀ ਦਾ ਜੇ ਹਟਾ ਕੇ ਐਸ ਕਰਤਾ ਬੀਐਸਪੀ, ਤੇ ਨਾ ਹੀ ਹੁਣ ਵਾਲਾ ਟਾਈਮ ਵੇਸਟ ਕਰਨਗੇ ਜਦੋਂ ਕਰਨਾ ਹੋਊਗਾ ਫਿਰ ਐਸ ਹਟਾ ਕੇ ਤੇ ਬੀਜੇਪੀ ਕਰ ਦੇਣਗੇ। ਦੂਜੀ ਗੱਲ ਸੁਣੋ, ਤੁਸੀਂ ਉਹ ਪਾਰਟੀਆਂ ਸੁਣੋ ਜਿਨ੍ਹਾਂ ਨੇ ਸੁਣ ਲਓ ਜੀ, ਸੁਣ ਲਓ ਇੱਕ ਮਿੰਟ ਭੁੱਲਰ ਸਾਹਿਬ ਸੁਣ ਲਈ ਆਪਾਂ 30 ਸੈਕਿੰਡ ਸੁਣ ਲਓ ਜੀ, 30 ਸੈਕਿੰਡ ਦਿੱਤੇ, 30 ਸੈਕਿੰਡ ਤੋਂ ਬਾਅਦ ਬੰਦ ਹੋ ਜਾਣਾ ਇਹਦਾ ਕੰਮ। ਹਾਂ ਬੋਲੋ ਧੰਨਵਾਦ। ਬੋਲੋ ਫਟਾਫਟ। ਦੇਖੋ ਬੰਦ ਤਾਂ ਨਾ ਕੋਈ ਪਹਿਲਾਂ ਕਰ ਸਕਿਆ ਨਾ ਹੁਣ ਕਰ ਸਕੂਗਾ, ਲੇਕਿਨ ਕਾਂਗਰਸ ਪਾਰਟੀ ਇੰਨੀ ਗੱਲ ਕਰ ਰਹੀ ਹੈ ਕਿ ਅਲਾਈਅੰਸ, ਦੋਵਾਂ ਨੂੰ ਮੈਂ ਪੁੱਛਿਆ ਕਿ ਤੁਸੀਂ ਇੱਥੇ ਆਸ਼ਵਾਸਨ ਦੇ ਦਿਓ ਕਿ ਤੁਸੀਂ ਅਲਾਈਅੰਸ ਨਹੀਂ ਕਰੋਗੇ, ਤੇ ਦੋਵਾਂ ਨੇ ਇਹ ਗੱਲ ਦਾ ਜਵਾਬ ਨਹੀਂ ਦਿੱਤਾ। ਮਤਲਬ ਅਲਾਈਅੰਸ ਦੀ ਪੋਸਿਬਿਲਿਟੀ ਹੈ। ਤੀਜੀ ਗੱਲ ਮੈਂ ਇੰਨੀ ਗੱਲ ਕਰੂੰਗਾ, ਇੱਕ ਸੈਕਿੰਡ ਡੈਸਪਰੇਟ ਟਾਈਮਸ ਕਾਲ ਫॉर ਡੈਸਪਰੇਟ। ਮੈਂ ਸੁਣ ਲਓ ਜੀ, ਸੁਣ ਲਓ ਇੱਕ ਸੈਕਿੰਡ ਭੁੱਲਰ ਸਾਹਿਬ, ਮੇਰੀ ਗੱਲ ਦਾ ਜਵਾਬ ਦੇ ਦਿਓ। ਫਿਰ 700 ਕਿਸਾਨ ਸ਼ਹੀਦ ਹੋਏ, ਤੁਸੀਂ ਕ੍ਰਿਸ਼ੀ ਕਾਨੂੰਨ ਦੇ ਹੱਕ 'ਚ ਵੀਡੀਓਜ਼ ਨਹੀਂ ਬਣਾਇਆ, ਮੈਨੂੰ ਦੱਸੋ। ਬਟ ਮੇਰੀ ਗੱਲ ਸੁਣੋ, ਸੁਖਬੀਰ ਬਾਦਲ ਸਾਹਿਬ ਨੇ ਬਾਦਲ ਨੇ ਸ਼ੁਰੂ ਤੋਂ ਨਾਲ ਰਹੇ ਹੈ, ਜਵਾਬ ਲੈ ਲੈ ਸ਼ੁਰੂ ਤੋਂ ਨਾਲ ਰਹੇ ਹੈ। ਇੱਕ ਮਿੰਟ ਜਵਾਬ ਲੈ ਲਓ। ਭੁੱਲਰ ਸਾਹਿਬ ਗੱਠਜੋੜ ਨੂੰ ਅੱਜ ਦੀ ਤਰੀਕ ਵਿੱਚ ਨਾ ਹੈ, ਫਿਊਚਰ ਵਿੱਚ ਕੁਝ ਵੀ ਹੋ ਸਕਦਾ, ਤੁਸੀਂ ਇਹ ਗੱਲ ਕਹਿਣਾ ਚਾਹੁੰਦੇ ਹੋ? ਗੱਲ ਹੈ ਕੇਪੀ ਸਿੰਘ ਜੀ, ਸਾਡਾ ਗੱਠਜੋੜ ਬੀਐਸਪੀ ਨਾਲ ਹੈਗਾ, ਬੀਐਸਪੀ ਨਾਲ ਰਹੇਗਾ, ਬੀਐਸਪੀ ਨਾਲ ਰਲ ਕੇ ਹੀ ਇਲੈਕਸ਼ਨ ਲੜਾਂਗੇ। ਚਲੋ ਬੀਜੇਪੀ ਨੂੰ ਨਾ ਪੱਕੀ ਅਕਾਲੀ ਦਲ ਦੀ ਮੈਂ ਜਿਹੜੀ ਗੱਲ ਕਹੀ ਹੈ ਕਿ ਬੀਐਸਪੀ ਨਾਲ ਰਲ ਕੇ ਹੀ ਇਲੈਕਸ਼ਨ ਲੜਾਂਗੇ, ਉਹਦਾ ਮਤਲਬ ਚਲੋ ਚੰਨੀ ਸਾਹਿਬ ਜੂਨੀਅਰ ਪਾਰਟਨਰ ਸਿੰਡਰਮ ਵਾਲਾ ਜਾਖੜ ਸਾਹਿਬ ਨੇ ਕਹਿਤਾ ਕਿ ਦਰਵਾਜ਼ੇ ਅਜੇ ਖੁੱਲੇ ਆ, ਅੱਗੇ ਦੇਖਦੇ ਹਾਂ ਹੁੰਦਾ ਕੀ ਹੈ। ਵਾਟਰ ਟੈਸਟਿੰਗ ਫਰੋਮ ਮਿਸਟਰ ਸੁਨੀਲ ਜਾਖੜ। ਦੇਖੋ ਗੱਲ ਮੈਂ ਇਹ ਤੁਸੀਂ ਪਤਾ ਨਹੀਂ ਕਿਉਂ ਪੇਚ ਫਸਾਇਆ, ਅਸੀਂ ਤਾਂ ਅੱਜ ਉਹ ਪੇਚ ਕੱਢਿਆ। ਚੰਨੀ ਸਾਹਿਬ ਇੱਕ ਮਿੰਟ ਆਪਾਂ ਕਲੀਅਰ ਕਰ ਲਈ। ਚੰਨੀ ਸਾਹਿਬ ਪੇਚ ਕਿਹੜਾ ਕੱਢਿਆ ਵੀ ਅਸੀਂ ਜੂਨੀਅਰ ਪਾਰਟਨਰ ਨਹੀਂ ਬਣਨਾ, ਸੀਨੀਅਰ ਪਾਰਟਨਰ ਬਣ ਕੇ ਆ ਜਾਾਂਗੇ? ਇਹ ਪੇਚ ਕੱਢਿਆ ਨਹੀਂ, ਕੱਸਿਆ। ਤੇ ਕਾਂਗਰਸ ਦਾ ਅਲਾਈਅੰਸ ਹੋਏਗਾ ਜੀ ਹੁਣ ਅਸੀਂ ਤਾਂ ਆਪਣੇ ਆਪ ਦੇ ਵਿੱਚ ਖੁਦ ਮੁਖਤਾਰ ਔਰ ਸਾਰੇ ਪੰਜਾਬ ਨੂੰ ਰਿਪਰੈਜ਼ੈਂਟ ਕਰਨ ਵਾਲੀ ਪਾਰਟੀ, ਤੁਸੀਂ ਉਹਨੂੰ ਜੋ ਮਰਜ਼ੀ ਸਮਝੋ, ਅਸੀਂ ਕਿਸੇ ਦੀਆਂ ਵਾਗਾਂ ਦੇ ਵਿੱਚ ਨਹੀਂ ਰਹਿਣਾ। ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੁੰਦਾ ਹੈ ਕਿ ਪਾਸੀ ਸਾਹਿਬ ਚਾਹੇ ਅਰਵਿੰਦ ਕੇਜਰੀਵਾਲ ਨੂੰ ਪੁੱਛ ਕੇ ਦੱਸ ਦੇਣ ਵੀ ਇਹ ਜਿਹੜੀਆਂ ਨੋਟਾਂ ਦੇ ਉੱਪਰ ਕਹਿੰਦੇ ਸੀ ਸਾਰੇ ਦੇਵੀ ਦੇਵਤਿਆਂ ਦੀਆਂ ਫੋਟੋਆਂ ਛਾਪਣੀਆਂ ਨੇ, ਉਹ ਕਿਹੜੀ ਚਾਰਧਾਰਾ ਸੀ? ਤੁਸੀਂ ਦੇਵੀ ਦੇਵਤਾਂ ਦੇ ਖਿਲਾਫ ਹੈ ਚੰਨੀ ਸਾਹਿਬ? ਚਲੋ ਆਪਣਾ ਜਵਾਬ ਨਹੀਂ ਦਿੱਤੇ, ਦੂਜਿਆਂ ਨੂੰ ਸਵਾਲ ਕਰ ਦਿੱਤੇ ਆ। ਤੁਸੀਂ ਦੇਵੀ ਚਲੋ ਦੇਵਤਾਂ ਦੇ ਆਪਾਂ ਖਿਲਾਫ ਚਰਚਾ ਸਮਾਪਤ ਕਰ ਦਈਏ। ਬਹੁਤ ਧੰਨਵਾਦ ਮਿਸਟਰ ਪਾਸੀ ਤੁਹਾਡਾ।
ਮਿਸਟਰ ਚੰਨੀ ਤੁਹਾਡਾ ਬਹੁਤ ਧੰਨਵਾਦ, ਮੈਨੂੰ ਪ੍ਰਸਮਜੀਤ ਵੀ ਤੁਹਾਡਾ ਬਹੁਤ last ਦੇ ਧੰਨਵਾਦ। ਇੱਕ ਦਿਆ ਮਿੰਟ ਕਰੋ। ਪਲੀਜ਼, ਮੈਂ ਹੁਣ ਟਾਈਮ ਹੈ ਨਹੀਂਗਾ। ਪੁੱਲਰ ਸਾਹਿਬ ਤੁਹਾਡਾ ਬਹੁਤ ਧੰਨਵਾਦ, ਮਿਸਟਰ ਖੜਿਆਲ ਤੁਹਾਡਾ ਬਹੁਤ ਧੰਨਵਾਦ। ਛੋਟੇ ਭਰਾ ਵਾਲੇ ਸਿੰਡਰਮ ਤੇ ਪੇਚ ਫਸਿਆ ਸੀ, ਇਹ ਸਵਾਲ ਕੀਤਾ ਸੀਗਾ। ਇਹ ਸਵਾਲ ਦਾ ਜਵਾਬ ਕਲੀਅਰ ਕੱਟ ਇਸ ਡਿਬੇਟ ਵਿੱਚ ਪਿਆ ਹੋਇਆ ਕਿ ਛੋਟੇ ਭਰਾ ਵਾਲੇ ਸਿੰਡਰਮ ਤੇ ਪੇਚ ਫਸਿਆ ਹੋਇਆ। ਇਹ ਪੇਚ ਕੱਸਿਆ ਗਿਆ ਤੇ ਫਸਿਆ ਹੋਇਆ ਪੇਚ ਆ ਜਿਹੜਾ ਉਹ ਅੱਗੇ ਜਾ ਕੇ ਕੀ ਕਰੂਗਾ, ਇਸ ਦਾ ਇੰਤਜ਼ਾਰ ਕਰ ਰਹੇ ਹਾਂ। ਬਹੁਤ ਧੰਨਵਾਦ।